ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਗੁਰੂ ਨਾਨਕ ਸਾਹਿਬ ਹਜੂਰ। हवाए बंदगी अवर दर वयूद मरा, वगरना ज़ौक़े चुनी आमदन नमूद मरा। वाहिगुरु जी का खालसा, वाहिगुरु जी की फतेह। आनंद साहब दी बाणी दी विचार असी होर अगे वधांदे हुए 10वीं पौड़ी दे दर्शन अज करने हैं। महाराज जीवन का एक गूढ़ा रहस्य अज साडे सामने रखणगे। जीवन एक वार्तालाप है, एक डायलॉग है मेरे और मेरे मन दे विच। मैं अपने मन नाल की वार्तालाप करदा हाँ, वो बीज रूपी वार्तालाप मेरे मन विच समा जाते हैं। मेरी ईगो, मेरा हंकार मेरे मन दे नाल किस तरह और किस रूप विच डायलॉग करता है, वो मेरा जीवन बनता है। इत्थे कोई दूसरा होर नहीं है। आ जीवन मैं और मेरे मन दे विच ही सब कुछ बरत रहा है। बाहरमुखी जीवन भी मन दे नाल ही इंटरैक्ट करता है और मैं उसनू किस तरह रिएक्ट करदा हाँ, वो मेरा कल बना दिंदा है। ए मन और मेरी होमे, ये दोनों चीज़ां आ जन्म मेरे नाल रहणगियां, पर इहदी साइकोलॉजी की है मैं नहीं जानता। इस मन की बनत किस तरह है, मैं सिर्फ विचार रूपी मन नू सामने रख के सारा जीवन जी लैंदा और उन्हां विचारां दे विच एक पर्दा है, एक मोह है, जिदे करके मैं जीवन नू देख नहीं पा रहा। जीवन असल विच की है, ए मैनू नहीं दिख रहा। गुरु अज सानू मन की साइकोलॉजी समझाणगे। किहड़ा पर्दा है मेरे सामने जिदे करके मैं जीवन नू नहीं देख पा रहा, ए समझाणगे। गुरु अमरदास महाराज दी है पौड़ी मेरे मन दे रहस्य खोलेगी। आओ इस पौड़ी नू 2 बार पढ़िए, फिर इहदी विचारां विच उतरदे हां। मैं माफी चाहता हाँ कि बार बार समा बदलते रहे हाँ, पर कुछ इहो जे बंधन हैं जिन्हां करके बदलना पै रहा है। आप दी सहयोग लई धन्नवाद है। कोई वीर भैन इस पदे नू पढ़ दे, फिर इहदी विचार विच उतरदे हां। महाराज धन्नवाद। वाहिगुरु जी, वाहिगुरु जी। ए मन चंचला, चतुराई किने ना पाया, चतुराई ना पाया किने, तू सुन मन मेरिया। ए माया मोहनी, जिन एत परम भुलाया, माया ता मोहनी तिने कीती, जिन ठगोली पाईया। कुर्बान कीता तिस वटों, जिन मोह मीठा लाया। कह नानक मन चंचल, चतुराई किने ना पाया। कह नानक मन चंचल, चतुराई किने ना पाया। वाहिगुरु जी। धन्यवाद है भाई साहब। कह नानक मन चंचल, चतुराई किने ना पाया। चतुराई तो भाव की है महाराज। चतुर कौन है? मैं अपने आप नू सियाणा गिणदा हाँ, मैं ही चतुर हाँ। मेरी होमे तो चतुरता बनती है, सियाणप बनती है,
ਇਹ ਮੇਰੀ ਕੰਡੀਸ਼ਨਡ ਮਾਈਂਡ ਦਾ ਦਰਸ਼ਨ ਹੈ। ਆਸਾ ਦੀ ਵਾਰ ਦੀ ਪੌੜੀ ਵਿੱਚ ਸਾਹਿਬ ਨੇ ਇਹ ਦੱਸਿਆ ਸੀ ਕਿ ਸਿਆਣਾ ਔਰ ਮੂਰਖ ਦੋਨੋਂ ਮੈਂ ਤੋਂ ਬਣਦੇ ਹਨ, ਹਉਮੈ ਵਿੱਚ ਹੀ ਬਣਦੇ ਹਨ। ਚਤੁਰਾਈ ਮੇਰੀ ਹਉਮੈ ਦਾ ਇੱਕ ਰੂਪ ਹੈ ਔਰ ਮੈਂ ਇਸ ਚਤੁਰਾਈ ਤੇ ਡਿਪੈਂਡ ਕਰਦਾ ਹਾਂ ਜੀਵਨ ਵਾਸਤੇ। ਜੀਵਨ ਵਿੱਚ ਸਰਵਾਈਵਲ ਮੋਡ ਵਾਸਤੇ ਮੈਂ ਚਤੁਰਾਈ ਦਾ ਸਾਥ ਲੈਂਦਾ ਹਾਂ। ਕਿਵੇਂ ਮੈਂ ਹਰ ਜਗ੍ਹਾ ਤੇ ਲੜਦਾ ਹਾਂ, ਸਿਆਣਾ ਬਣਦਾ ਹਾਂ ਤਾਂ ਕਿ ਮੈਂ ਜੀ ਸਕਾਂ, ਮੇਰਾ ਜੀਵਨ ਉਸ ਬਹਾਵ ਵੱਲ ਜਾਏ ਜਿੱਥੇ ਮੈਂ ਜਾਣਾ ਚਾਹੁੰਦਾ ਹਾਂ। ਔਰ ਮੈਨੂੰ ਇਸ ਚਤੁਰਾਈ ਤੇ ਭਰੋਸਾ ਵੀ ਹੈ ਕਿਉਂਕਿ ਆਜੀਵਨ ਨੇ ਮੇਰੇ ਸਾਥ ਰਹੀ ਹੈ। ਬਚਪਨ ਤੋਂ ਅੱਜ ਤੱਕ ਮੈਂ ਇਸ ਚਤੁਰਾਈ ਨੂੰ ਨਾਲ ਲੈ ਕੇ ਚੱਲਿਆ ਹਾਂ। ਗੁਰੂ ਦਰਅਸਲ ਮੈਨੂੰ ਲੱਗਦਾ ਹੈ ਮਨ ਦੇ ਦੋ ਦਰਸ਼ਨ ਸਾਨੂੰ ਕਰਾ ਰਹੇ ਹਨ। ਇੱਕ ਮਨ ਉਹ ਹੈ ਜੋ ਜੀਵਨ ਵਿੱਚ ਮੈਂ ਵਰਤਦਾ ਹਾਂ, ਜਿਸ ਨੇ ਜੀਵਨ ਦੇ ਵਿੱਚ ਉਤਰਨਾ ਹੈ ਤੇ ਚਤੁਰਾਈ ਵਰਤਣੀ ਹੈ। ਇਸੇ ਤਰ੍ਹਾਂ ਤੇ ਅਸੀਂ ਜੀਂਦੇ ਹਾਂ ਚਤੁਰਾਈ ਨਾਲ। ਫਿਰ ਅਸੀਂ ਇਹ ਵੀ ਦੇਖਦੇ ਹਾਂ ਕਿ ਜੋ ਚਤੁਰ ਹੈ ਉਹ ਜੀਵਨ ਵਿੱਚ ਪ੍ਰੋਗਰੈਸ ਵੀ ਕਰ ਰਿਹਾ ਹੈ। ਕਿਤਨੀ ਦੇਰ, ਕਿਤਨਾ ਜ਼ਿਆਦਾ ਪ੍ਰੋਗਰੈਸ, ਉਹ ਇੱਕ ਸਬਜੈਕਟਿਵ ਇਸ਼ੂ ਹੈ। ਪਰ ਜੋ ਅੱਖੋਂ ਦੇਖੀ ਵੈਲਥ ਅਸੀਂ ਜਾਣਦੇ ਹਾਂ ਜਿਸ ਨੂੰ, ਉਹਦਾ ਭਰੋਸਾ ਚਤੁਰਾਈ ਤੇ ਹੈ। ਜੇ ਕੋਈ ਚਤੁਰ ਨਹੀਂ ਹੋਏਗਾ ਤਾਂ ਉਹ ਮਾਇਆ ਇਕੱਠੀ ਨਹੀਂ ਕਰ ਪਾਏਗਾ, ਕਰੇਗਾ ਵੀ ਤੇ ਸੰਭਾਲ ਨਹੀਂ ਪਾਏਗਾ। ਸਰਲ ਆਦਮੀ ਤਾਂ ਇਸ ਤਰ੍ਹਾਂ ਹੀ ਹੈ, ਉਹਦੇ ਤੇ ਮਾਇਆ ਦੀ ਪਕੜ ਹੀ ਨਹੀਂ ਹੈ ਤਾਂ ਉਹ ਮਾਇਆ ਵੀ ਉਸ ਤਰ੍ਹਾਂ ਉਹਨੂੰ ਪਕੜਦਾ ਨਹੀਂ ਹੈ। ਅਸੀਂ ਉਹਨਾਂ ਲੋਕਾਂ ਨੂੰ ਅਣਦੇਖਾ ਕਰ ਦਿੰਦੇ ਹਾਂ, ਉਹਨਾਂ ਨੇ ਮਾਇਆ ਇਕੱਠੀ ਨਹੀਂ ਕੀਤੀ ਹੈ। ਪਰ ਇਸ ਚਤੁਰਾਈ ਔਰ ਜੀਵਨ ਦੇ ਅਸਲ ਤੱਤ ਦੇ ਵਿੱਚ ਬੈਲੈਂਸ ਕਿੱਥੇ ਬਣੇਗਾ? ਮੈਨੂੰ ਚਤੁਰਾਈ ਨੂੰ ਬਿਲਕੁਲ ਛੱਡ ਦੇਣਾ ਹੈ ਜਾਂ ਚਤੁਰਾਈ ਕੁਝ ਮੇਰੇ ਕੰਮ ਆ ਵੀ ਸਕਦੀ ਹੈ। ਦਰਅਸਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਸੱਤ ਦੇ ਦਰਸ਼ਨ ਹਨ ਕਿ ਸਚਿਆਰਾ ਹੋਈ ਹੈ। ਇਹ ਉਹ ਦਰਸ਼ਨ ਹਨ ਜੋ ਜੀਵਨ ਦੇ ਤੱਤ ਵਿੱਚ ਹਾਸਿਲ ਹਨ, ਜਿਨ੍ਹਾਂ 'ਚ ਪਰਮਾਨੈਂਸ ਹੈ, ਚੇਂਜ ਨਹੀਂ ਹੈ, ਜਿਹਦੇ 'ਚ ਠਹਿਰਾਓ ਹੈ, ਸਹਿਜ ਹੈ, ਜੋ ਸਟੇਬਿਲਿਟੀ ਹੈ। ਉਸ ਜੀਵਨ ਨੂੰ ਗੁਰੂ ਸਾਹਿਬ ਬਹੁਤ ਜ਼ਿਆਦਾ ਮੁੱਲ ਨਹੀਂ ਦਿੰਦੇ ਹਨ, ਜਿਸ ਨੂੰ ਅਸੀਂ ਛੱਡ ਦੇਣਾ ਹੈ, ਕੁਝ ਚਿਰ ਲਈ ਵਰਤ ਰਹੇ ਹਾਂ, ਜੋ ਸਦਾ ਲਈ ਨਹੀਂ ਹੈ। ਇੱਥੇ ਕੌਨਫਲਿਕਟ ਰਾਈਜ਼ ਹੁੰਦਾ ਹੈ ਕਿਉਂਕਿ ਮੈਂ ਇੱਕ ਉਸੇ ਜੀਵਨ ਨੂੰ ਜਾਣਦਾ ਹਾਂ, ਮੈਂ ਉਸੇ ਮਨ ਨੂੰ ਜਾਣਦਾ ਹਾਂ ਜਿਹੜਾ ਚਤੁਰ ਹੈ, ਔਰ ਮੈਂ ਜੀਵਨ ਨੂੰ ਵੀ ਉਸੇ ਤਰ੍ਹਾਂ ਜਾਣਦਾ ਹਾਂ ਜਿੱਥੇ ਮਾਇਆ ਇਕੱਠੀ ਹੁੰਦੀ ਹੈ। ਮੈਂ ਹੋਰ ਕਿਹੜੇ ਜੀਵਨ ਨੂੰ ਜਾਣਦਾ? ਜਾਣ ਹੀ ਨਹੀਂ ਸਕਦਾ। ਮੇਰਾ ਜੀਵਨ ਹੀ ਹਉਮੈ ਦੇ ਨਾਲ ਹੈ ਔਰ ਉਸ ਹਉਮੈ ਤੋਂ ਪਰੇ ਕੀ ਹੈ ਇਹਦਾ ਗਿਆਨ ਮੈਨੂੰ ਨਹੀਂ ਹੈ। ਇੱਥੇ ਹੈ ਕੌਨਫਲਿਕਟ ਜੀਵਨ ਦਾ। ਜਦ ਮੈਨੂੰ ਗਿਆਨ ਨਹੀਂ ਹੈ ਤਾਂ ਜੋ ਹੈ ਮੇਰੇ ਕੋਲ, ਮੈਂ ਉਸ ਨੂੰ ਬੜੀ ਜ਼ੋਰ ਦੀ ਪਕੜ ਕੇ ਰਹਿੰਦਾ ਹਾਂ ਕਿਉਂਕਿ ਮੈਂ ਉਸ ਜੀਵਨ ਨਾਲ ਆਇਡੈਂਟੀਫਾਈ ਕਰਦਾ ਹਾਂ। ਅਗਰ ਉਹ ਜੀਵਨ ਗਿਰ ਜਾਏ ਤਾਂ ਕੀ ਹੈ ਮੈਨੂੰ ਕੁਝ ਨਹੀਂ ਪਤਾ। ਇੱਕ ਡਾਰਕ ਹੋਲ ਦੀ ਤਰ੍ਹਾਂ ਫੀਅਰ ਮੈਨੂੰ ਗ੍ਰਸਤ ਕਰੇ ਰਹਿੰਦਾ ਹੈ, ਡਰ ਮੈਨੂੰ ਦਬਾਇਆ ਰਹਿੰਦਾ ਹੈ। ਹੋਰ ਕੀ ਹੋਏਗਾ? ਪਰ ਗੁਰੂ ਇੱਥੇ ਕੁਝ ਹੋਰ ਸਮਝਾ ਰਹੇ ਹਨ, ਇੱਕ ਬੜੀ ਦੂਰ ਦੀ ਗੱਲ ਕਰਦੇ ਹਨ। ਉਸ ਮਨ ਤੋਂ ਤੋੜ ਕੇ ਮੈਨੂੰ ਇਹੋ ਜਿਹੇ ਮਨ ਦੇ ਦਰਸ਼ਨ ਕਰਾਉਣਾ ਚਾਹੁੰਦੇ ਹਨ ਜਿਹਦੇ ਵਿੱਚ ਸਦਾ ਵਿਕਾਸ ਹੈ। ਔਰ ਇਹ ਵੀ ਸਮਝਾ ਰਹੇ ਹਨ ਕਿ ਕਿਉਂ ਹੈ, ਕਿਸ ਕਾਰਨ ਕਰਕੇ ਹੈ ਕਿ ਮੇਰੇ ਮਨ ਤੇ ਪਰਦਾ ਪਿਆ ਹੈ। ਇਹ ਪਰਦਾ ਮੈਨੂੰ ਜੀਵਨ ਨੂੰ ਦੇਖਣ ਨਹੀਂ ਦੇ ਰਿਹਾ। ਜੋ ਸਦਾ ਹੈ ਉਸ ਨੂੰ ਮੈਂ ਛੱਡ ਰਿਹਾ ਹਾਂ
ਜਿਸ ਨੂੰ ਮੈਂ ਛੱਡ ਦੇਣਾ ਹੈ ਉਸ ਨੂੰ ਮੈਂ ਪਕੜ ਕੇ ਬੈਠਾ ਹਾਂ। ਇਹੀ ਗੁਰੂ ਨੇ ਸਮਝਾਇਆ ਹੈ। ਮਹਾਰਾਜ ਕਹਿੰਦੇ ਹਨ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਇਸ ਮਨ ਔਰ ਮੇਰੇ ਦੇ ਵਿੱਚ ਜਿਹੜਾ ਵਾਰਤਾਲਾਪ ਚੱਲਦਾ ਹੈ, ਇਸ ਤੋਂ ਮੈਂ ਡਿਫਾਈਨ ਹੁੰਦਾ ਹਾਂ ਮੇਰਾ ਜੀਵਨ ਕੀ ਹੈ। ਮੈਂ ਮਨ ਨੂੰ ਕਿਤਨਾ ਜਾਣਦਾ ਹਾਂ ਔਰ ਕਿਤਨਾ ਉਹਦੇ ਬਾਰੇ ਅਵੇਅਰ ਹਾਂ, ਇਸ ਤੋਂ ਮੇਰੀ ਹਾਰ ਜਿੱਤ ਦਾ ਫੈਸਲਾ ਹੋ ਰਿਹਾ ਜੀਵਨ ਦਾ। ਮਨ ਜੀਤੇ ਜਗ ਜੀਤ। ਔਰ ਅਧਿਆਤਮ ਦੇ ਵਿੱਚ ਵੀ ਜਿਤਨੀ ਮਾਈਂਡ ਦੇ ਵਿੱਚ ਸਟੇਬਿਲਿਟੀ ਹੋਏਗੀ, ਉਤਨਾ ਸਪਿਰਿਚੁਅਲ ਪ੍ਰੋਗਰੈਸ ਪੋਸਿਬਿਲਿਟੀ ਹੈ। ਗੁਰੂ ਨਾਨਕ ਕਹਿੰਦਾ, ਅਹਰਣ ਮਤ ਵੇਦ ਹਥਿਆਰ। ਇਹ ਸ਼ਬਦ ਰੂਪੀ ਹਥਿਆਰ ਜਿਹੜਾ ਹੈ, ਇਹ ਤਾਂ ਹੀ ਸਕਸੈਸ ਹੋਏਗਾ ਜਦ ਅਹਰਣ ਮਤ ਹੋਏਗੀ, ਮਤ ਸਟੇਬਿਲਿਟੀ ਚ ਹੋਏਗੀ। ਚੰਚਲ ਮਤ ਦੇ ਵਿੱਚ ਸ਼ਬਦ ਦਾ ਗਿਆਨ ਇੱਕ ਅਧੂਰਾ ਵਿਚਾਰ ਰੂਪੀ ਗਿਆਨ ਹੈ। ਸ਼ਬਦ ਦੀ ਪੂਰਨ ਵਰਖਾ ਇਸ ਦੀ ਨਦਰ ਦੀ ਤਾਂ ਹੀ ਸਮਝ ਆ ਸਕਦੀ ਹੈ ਸਾਨੂੰ, ਜਦੋਂ ਮੈਂ ਵਿਚਾਰਾਂ ਤੋਂ ਪਰੇ ਦੇ ਜੀਵਨ ਵਿੱਚ ਉਤਰਦਾ ਹਾਂ, ਮਨ ਨੂੰ ਠਹਿਰਾ ਦਿੰਦਾ ਹਾਂ ਕੁਝ ਚਿਰ ਲਈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਹੈ। ਕਹਿਣ ਦਾ ਮਤਲਬ ਕੀ ਹੈ ਕਿ ਇਹ ਚੰਚਲ ਮਤ ਜਿਹੜੀ ਹੈ, ਮੂਵਮੈਂਟ ਮਾਈਂਡ ਨੂੰ ਡਿਫਾਈਨ ਕਰਦਾ ਹੈ। ਮੂਵਮੈਂਟ ਕੀ ਹੈ ਮਹਾਰਾਜ? ਜੋ ਮੇਰੇ ਵਿਚਾਰ ਹਨ, ਉਸ ਮੂਵਮੈਂਟ ਦੇ ਉਤਰਲੇ ਤੱਟ ਦਾ ਦਰਸ਼ਨ ਹੈ। ਜਿਵੇਂ ਮੈਂ ਪਹਿਲੇ ਓਸ਼ਨ ਰੂਪੀ ਮਨ ਦੇ ਦਰਸ਼ਨ ਨਾਲ ਆਪ ਨਾਲ ਵਿਚਾਰ ਕੀਤੀ, that on the surface of the mind, our thoughts are what we know as our mind, and they are always in movement. So we don't know what is beyond thought, ਕਿਉਂਕਿ ਥਾਟ ਇੱਕ ਪਰਦਾ ਹੈ। ਔਰ ਇਸ ਪੌੜੀ ਵਿੱਚ ਜੋ ਮਹਾਰਾਜ ਸਾਨੂੰ ਦੱਸ ਰਹੇ ਹਨ, ਮਾਇਆ ਮੋਹਣੀ, ਇਹ ਵੀ ਇਹਨਾਂ ਵਿਚਾਰਾਂ ਨਾਲ ਹੀ ਰਿਲੇਸ਼ਨ ਰੱਖਦਾ ਹੈ। ਮੈਂ ਆਪਣੇ ਆਪ ਨੂੰ ਵਿਚਾਰ ਤੋਂ ਡਿਫਾਈਨ ਕਰਦਾ ਹਾਂ, ਮੈਂ ਕੀ ਹਾਂ, ਪਰ ਮੈਂ ਕੋਈ ਕੌਨਸਟੈਂਟ ਐਲੀਮੈਂਟ ਨਹੀਂ ਹੈ, ਸਦਾ ਚੇਂਜਿੰਗ ਹੈ, ਚੰਚਲ ਹੈ। ਗੁਰੂ ਨੇ ਸਾਨੂੰ ਇਸ ਦਰਸ਼ਨ ਵਿੱਚ ਇਹ ਪ੍ਰਗਟ ਕੀਤਾ ਹੈ ਕਿ ਜੀਵਨ ਦੇ ਜਿਹੜੇ ਮੂਵਮੈਂਟ ਮਾਈਂਡ ਦੇ ਹਨ, ਉਹਦੇ ਵਿੱਚ ਚਤੁਰਾਈ ਹੈ, ਉਹਦੇ ਵਿੱਚ ਸਿਆਣਪ ਹੈ। ਚੰਚਲ ਦੇ ਕਾਰਨ ਕੀ ਹਨ? ਚੰਤਲ ਤ੍ਰਿਸ਼ਨਾ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ। ਸਾਧੋ ਇਹ ਮਨ ਗਹਿਓ ਨਾ ਜਾਈ। ਸਾਧੋ ਇਹ ਮਨ ਗਹਿਓ ਨਾ ਜਾਈ। ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ। ਮੇਰੇ ਨਾਲ ਇਹ ਚੰਚਲ ਮਨ ਬਸ ਰਿਹਾ ਹੈ, ਤਾਂ ਇਸ ਕਰਕੇ ਮੈਂ ਇਸ ਮਨ ਤੋਂ ਪਰੇ ਨਹੀਂ ਜਾ ਪਾਉਂਦਾ, ਉਸ ਦੂਸਰੇ ਮਨ ਦੇ ਵਿੱਚ ਨਹੀਂ ਉਤਰ ਪਾਉਂਦਾ ਜਿਹੜਾ ਥਿਰ ਹੈ, ਸਟੇਬਲ ਹੈ। ਇਸ ਮਨ ਨਾਲ ਤ੍ਰਿਸ਼ਨਾ ਔਰ ਭੁੱਖ ਦਾ ਰਿਲੇਸ਼ਨਸ਼ਿਪ ਹੈ। ਜਦ ਤੱਕ ਮੈਂ ਚੰਚਲ ਮਨ ਦੇ ਵਿੱਚ ਹਾਂ, ਮੈਂ ਤ੍ਰਿਪਤ ਨਹੀਂ ਹੋ ਸਕਦਾ। ਠਹਿਰਾਓ, ਤ੍ਰਿਪਤ ਹੋਣਾ, ਸੇਸ਼ੀਏਟ ਹੋਣਾ, ਰੈਸਟ ਮਿਲਣਾ, ਇਹ ਕੁਆਲਿਟੀਜ਼ ਇਸ ਮਨ ਦੀ ਨਹੀਂ ਹਨ। ਇਹ ਸਦਾ ਹੀ ਅਨਰੈਸਟਡ ਰਹਿੰਦਾ ਹੈ। ਇਸ ਕਰਕੇ ਜਿਸ ਦਾ ਮਨ ਸ਼ਾਂਤ ਹੈ, ਜਿਸ ਦਾ ਮਨ ਠਹਿਰਾਓ ਵਿੱਚ ਹੈ, ਉਹਨੂੰ ਉਸ ਖਿੜਕੀ ਦੇ ਦਰਸ਼ਨ ਹੁੰਦੇ ਰਹਿੰਦੇ ਹਨ, ਜਿਹਦੇ ਵਿੱਚ ਠੰਡ ਪੈ ਰਹੀ ਹੈ ਮਨ ਵਿੱਚ, ਜਿੱਥੇ ਆਨੰਦ ਦੀ ਵਰਖਾ ਹੋ ਰਹੀ ਹੈ। ਜਾਂ ਤੇ ਥਿਰ ਨਾ ਰਹਾਈ। ਇਹ ਫਿਰ ਮਨ ਥਿਰ ਨਹੀਂ ਰਹਿੰਦਾ, ਇਹ ਚੰਚਲ ਹੀ ਹੈ। ਪਰ ਕਬੀਰ ਸਾਹਿਬ ਵੀ ਸਮਝਾਉਂਦੇ ਹਨ, ਕਹਿ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨਿਜ ਭਾਗੀ। ਜਦੋਂ ਮੈਂ ਇਸ ਮੂਵਮੈਂਟ ਮਾਈਂਡ ਨੂੰ ਤਿਆਗਦਾ ਹਾਂ, ਤਾਂ ਮੈਂ ਭਗਤੀ ਵਿੱਚ ਉਤਰਦਾ ਹਾਂ। ਪਰ ਇਹ ਕਿਸ ਤਰ੍ਹਾਂ ਹੁੰਦਾ ਹੈ? ਇਸ ਚੰਚਲ ਮਨ ਨੂੰ ਕਿਵੇਂ ਛੱਡਿਆ ਜਾਂਦਾ ਹੈ? ਚੰਚਲ ਸਾਖੀ ਅੰਤਰ ਜਾਗੀ, ਗੁਰ ਸਾਖੀ ਅੰਤਰ ਜਾਗੀ, ਤਾਂ ਚੰਚਲ ਮਤ ਤਿਆਗੀ। ਗੁਰ ਸਾਖੀ, ਗੁਰੂ ਦੇ ਨਾਲ, ਗੁਰੂ ਦੀ ਬਾਹ ਪਕੜ ਕੇ, ਗੁਰੂ ਦੇ ਵਿਚਾਰਾਂ ਨੂੰ ਮਨ ਵਿੱਚ ਬਿਠਾ ਕੇ
ਮਨ ਨੂੰ ਗੁਰੂ ਵੱਲ ਮੁਖ ਕਰਕੇ ਜਦੋਂ ਜੀਵਨ ਜੀਂਦੇ ਹਾਂ ਤਾਂ ਅੰਤਰ ਜਗਦਾ ਹੈ, ਤਾਂ ਅੰਤਰ ਵਿੱਚ ਇੱਕ ਹੋਰ ਮਨ ਦੇ ਦਰਸ਼ਨ ਹੁੰਦੇ ਹਨ। ਜਿੱਥੇ ਚੰਚਲ ਮਤ ਨਹੀਂ ਹੈ ਤਾਂ ਚੰਚਲ ਮਤ ਤਿਆਗੀ, ਜਿਵੇਂ ਇੱਕ ਨਵਾਂ ਗਰਾਊਂਡ ਕੋਈ ਤਿਆਰ ਕਰਦਾ ਹੋਏ। ਆਜੀਵਨ ਇੱਕ ਖੇਤ ਵਿੱਚ ਕੰਮ ਕੀਤਾ ਹੈ, ਹੁਣ ਇੱਕ ਨਵਾਂ ਖੇਤ ਬਣ ਰਿਹਾ ਹੈ। ਉਹਦੇ ਰੂਲਸ ਅਲੱਗ ਹਨ, ਉਸ ਦੀ ਕੁਆਲਿਟੀਜ਼ ਡਿਫਰੈਂਟ ਹਨ, ਉਹਦੇ ਦਰਸ਼ਨ ਨਿਰਾਲੇ ਹਨ। ਉੱਥੇ ਮੈਂ ਨਹੀਂ ਹਾਂ। I have nothing to do with spirituality. This is a grace which descends on me when I am not. ਉਹ ਗੁਰ ਪ੍ਰਸਾਦ ਬਖਸ਼ਦਾ ਹੈ ਜਦੋਂ ਮੈਂ ਚਲਾ ਜਾਂਦਾ ਹੈ। ਚੰਚਲ ਮਨ ਦਹਿ ਦਿਸ ਕੋ ਤਾਵਤ, ਅਚਲ ਜਾਏ ਠਹਿਰਾਨੋ। 10ਵੀਂ ਡਾਇਰੈਕਸ਼ਨ ਵਿੱਚ ਇਹ ਮਨ ਭੱਜਦਾ ਹੈ। ਬਾਹਰ ਮੁਖੀ ਮਨ ਹੈ, ਚੰਚਲ ਹੈ, ਬਾਹਰ ਹੀ ਲੱਭਦਾ ਰਹਿੰਦਾ ਹੈ। ਔਰ ਇਹ ਅਚਲ ਕਦੋਂ ਹੁੰਦਾ ਹੈ ਮਹਾਰਾਜ? ਜਦੋਂ ਚੱਲਣਾ ਹਟ ਜਾਏ ਮਨ। ਅਚਲ ਜਾਏ ਠਹਿਰਾਨੋ। ਕਹੇ ਨਾਨਕ ਇਹ ਬਿਦ ਕੋ ਜੋ ਨਰ, ਮੁਕਤ ਤਾਹੇ ਤਮ ਜਾਨੋ। ਮੁਕਤ ਤਾਹੇ ਤੁਮ ਜਾਨ ਮਾਨੋ। ਉਹਨੂੰ ਮੁਕਤ ਬਣਦੇ ਹਾਂ ਜਿਹੜਾ ਅਚਲ ਹੈ, ਜਿਹੜਾ ਚੱਲਣ ਵਾਲੇ ਮਨ ਤੋਂ ਪਰੇ ਚਲਾ ਗਿਆ। ਉਸ ਨੂੰ ਗੁਰੂ ਮਿਲ ਗਿਆ, ਉਸ ਨੂੰ ਆਨੰਦ ਦੇ ਦਰਸ਼ਨ ਹੋ ਗਏ। ਇਹੀ ਚੰਚਲ ਮਨ ਹੈ ਜਿਹੜਾ ਚਤੁਰਾਈ ਵੀ ਲੱਭਦਾ ਹੈ। ਜਿਵੇਂ ਆਸਾ ਦੀ ਵਾਰ ਵਿੱਚ ਸਾਹਿਬ ਨੇ ਦੱਸਿਆ ਹੈ ਸਾਨੂੰ, ਹੁਕਮ ਕੀਏ ਮਨ ਭਾਵ ਦੇ, ਰਾਹ ਪੀੜੇ ਅੱਗੇ ਜਾਵਨਾ। ਕੌਣ ਹੁਕਮ ਕਰਦਾ ਹੈ? ਜਿੱਥੇ ਮੈਂ ਹੈ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵ ਦੇ, ਰਾਹ ਪੀੜੇ ਅੱਗੇ ਜਾਵਨਾ। ਇਹ ਈਗੋ ਮਾਈਂਡ ਦੀ ਡਾਇਮੈਂਸ਼ਨ ਵਾਸਟ ਨਹੀਂ ਹੈ, ਬੜੀ ਨੈਰੋ ਹੈ। ਔਰ ਜਿਤਨਾ ਇਹਦੇ ਜ਼ੋਰ ਆਉਂਦਾ ਹੈ ਉਹਦੇ 'ਚ ਹੋਰ ਨੈਰੋ ਹੁੰਦਾ ਜਾਂਦਾ ਹੈ, ਸੰਕੀਰਨ। ਔਰ ਇਹ ਸਾਡਾ ਫਿਊਚਰ ਡਿਫਾਈਨ ਕਰਦਾ ਹੈ। ਜਿਸ ਮਨ ਵਿੱਚ ਪ੍ਰੇਮ ਉਤਰ ਜਾਏਗਾ ਉਸ ਈਗੋ ਨੂੰ ਛੱਡ ਦੇਗਾ, ਫਿਰ ਉਹ ਆਸਮਾਨ ਦੀ ਤਰ੍ਹਾਂ ਫੈਲ ਜਾਏਗਾ, ਵਾਸਟ ਹੋ ਜਾਏਗਾ, ਰੀਡਿਫਾਈਨ ਹੋ ਜਾਏਗਾ। ਮੂਵਮੈਂਟ ਮਾਈਂਡ ਨੂੰ ਛੱਡ ਦੇਗਾ, ਥਿਰ ਹੋ ਜਾਏਗਾ। ਉਸ ਨੂੰ ਆਰਾਮ ਵੀ ਮਿਲੇਗਾ, ਰੈਸਟ ਵੀ ਮਿਲੇਗਾ, ਔਰ ਉਹ ਤ੍ਰਿਪਤ ਵੀ ਹੋ ਜਾਏਗਾ। ਤ੍ਰਿਸ਼ਨਾ ਔਰ ਤ੍ਰਿਪਤ, ਇਹ ਦੋ ਪੱਖ ਹਨ ਇਸ ਮਨ ਦੇ। ਇਹ ਚੰਚਲ ਮਨ ਦੇ ਵਿੱਚ ਤ੍ਰਿਸ਼ਨਾ ਹੋਏਗੀ ਔਰ ਅਚਲ ਮਨ ਦੇ ਵਿੱਚ ਤ੍ਰਿਪਤਤਾ ਹੋਏਗੀ। ਇੱਕ ਮਨ ਮੇਰਾ ਨਹੀਂ ਹੈ ਜਿੱਥੇ ਮੈਂ ਨਹੀਂ ਹਾਂ, ਇੱਕ ਮਨ ਮੈਂ ਬਣਾਇਆ ਹੈ। ਇਹ ਹਨ ਦੋ ਪਹਿਲੂ ਜੀਵਨ ਦੇ, ਔਰ ਇਹਨਾਂ ਨੂੰ ਮੈਂ ਕਿਤਨਾ ਜਾਣਦਾ ਹਾਂ, ਇੱਥੇ ਬ੍ਰਹਮ ਗਿਆਨ ਦਾ ਭੇਦ ਛਿਪਿਆ ਹੈ। ਅਗਰ ਮੈਂ ਅਚਲ ਮਨ ਦੇ ਗਿਆਨ ਵਿੱਚ ਹਾਂ ਤਾਂ ਮੈਂ ਬ੍ਰਹਮ ਗਿਆਨੀ ਹਾਂ। ਮੈਨੂੰ ਪਤਾ ਹੈ ਬ੍ਰਹਮ ਕਿਸ ਰੂਪ ਵਿੱਚ ਵਸਦਾ ਹੈ, ਕਿੱਥੇ ਹੈ, ਔਰ ਉਸ ਨਾਲ ਨਿਤ ਮਿਲਣ ਹੈ ਮੇਰਾ। ਬਸ ਅੱਖਾਂ ਬੰਦ ਕਰਨੀਆਂ ਹਨ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਇਸ ਲਈ ਗੁਰੂ ਸਾਨੂੰ ਪ੍ਰੇਰਦੇ ਹਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਇਸ ਪਾਸੇ ਨੂੰ ਟੋਰਦੀ ਹੈ ਜਿੱਥੇ ਬ੍ਰਹਮ ਗਿਆਨ ਦੀ ਅਵਸਥਾ ਹੈ, ਅਚਲ ਮਨ ਹੈ, ਮਨ ਥਿਰ ਹੈ, ਉੱਥੇ ਆਰਾਮ ਹੈ, ਰੈਸਟ ਹੈ, ਪੀਸ ਹੈ, ਸਦਾ ਹੈ, ਵਿਗਾਸ ਹੈ। ਪਰ ਉਹ ਅੱਖੋਂ ਦੇਖੀ ਜੀਵਨ ਵਿੱਚ ਨਹੀਂ ਹੈ। ਮੈਂ ਸਿਰਫ ਅੱਖੋਂ ਦੇਖੀ ਜੀਵਨ ਨੂੰ ਜਾਣਦਾ ਹਾਂ। ਮੇਰਾ ਗੁਆਂਢ ਵਾਲਾ ਮੈਨੂੰ ਨਹੀਂ ਪਛਾਣੇਗਾ ਜਾਂ ਪਛਾਣੇਗਾ, ਇਹ ਮੈਟਰ ਨਹੀਂ ਕਰਦਾ ਹੈ। ਪਰ ਮੈਨੂੰ ਉਹੀ ਮੈਟਰ ਕਰ ਰਿਹਾ ਹੈ ਕਿ ਕੌਣ ਮੈਨੂੰ ਜਾਣ ਰਿਹਾ ਹੈ, ਕਿਤਨੇ ਹਾਰ ਮੈਨੂੰ ਪੈ ਰਹੇ ਹਨ, ਕਿਤਨੇ ਲੋਕ ਮੈਨੂੰ ਗਿਆਨੀ ਕਹਿ ਰਹੇ ਹਨ। ਇਹ ਸਭ ਈਗੋ ਦੀ ਸੈਟਿਸਫੈਕਸ਼ਨ ਹੈ, ਹੋਰ ਕੁਝ ਨਹੀਂ ਹੈ। ਪਰ ਉਸ ਈਗੋ ਦੇ ਵਿੱਚ ਇੱਕ ਨਰਕ ਬਣਦਾ ਪਿਆ ਹੈ ਜਿੱਥੇ ਸਤ ਨਹੀਂ ਹੈ, ਝੂਠ ਦਾ ਵਾਸਾ ਹੈ। ਔਰ ਫਿਰ ਜਦੋਂ ਉਹ ਝੂਠ ਹੁੰਦਾ ਹੈ ਫਿਰ ਉਹ ਚਲਾਕੀਆਂ ਵਰਤਦਾ ਹੈ, ਕਿਉਂਕਿ ਉਸ ਨੂੰ ਅਤ੍ਰਿਪਤਤਾ
ਅਨਸੇਸ਼ੀਏਟਿਡ ਕੰਪਲੀਸ਼ਨ ਇਨਕੰਪਲੀਟਨੈਸ ਦੇ ਨਾਲ ਉਹਦਾ ਰੋਜ਼ ਵਾਹ ਪੈਂਦਾ ਹੈ। ਉਹ ਕੰਪਲੀਟ ਹੋਣ ਲਈ ਤੜਫਦਾ ਹੈ। ਉਹ ਈਗੋ ਮੰਗਦੀ ਹੈ ਕੰਪਲੀਟਨੈਸ ਔਰ ਉਹਨੂੰ ਮਿਲਦੀ ਨਹੀਂ ਹੈ। ਮਨਮੁਖ ਮੁਗਧ ਕਰੇ ਚਤੁਰਾਈ, ਨਾਤਾ ਤੋਤਾ ਥਾਏ ਨਾ ਪਾਈ। ਜਿਹਾ ਆਇਆ ਤੇਹਾ ਜਾਸੀ, ਕਰ ਅਵਗੁਣ ਪਛੁਤਾਵਣੀਆਂ। ਜਿਸ ਤਰ੍ਹਾਂ ਦਾ ਆਏਗਾ ਉਵੇਂ ਚਲਾ ਜਾਏਗਾ, ਕੁਆਲਿਟੇਟਿਵ ਡਿਫਰੈਂਸ ਨਹੀਂ ਆਏਗਾ। ਔਰ ਇਹ ਕਦੋਂ ਜਾਏਗਾ ਔਰ ਕਦੋਂ ਆਏਗਾ ਉਹ ਵੀ ਇਹਦੇ ਹੱਥ ਵਿੱਚ ਗਵੰਡ ਨਹੀਂ ਹੈ। ਚਤੁਰਾਈ ਦੀ ਗੱਲ ਗੁਰੂ ਨੇ ਸਮਝਾਈ ਹੈ, ਚੰਚਲਤਾ ਦੀ ਗੱਲ ਸਮਝਾਈ ਹੈ, तो जीवन की गल चल रही है। मनमुख डंफ बहुत चतुराई, जो किच कमावे सो थाए ना पाई। आवे जावे ठौर ना जाई। ਉਹਨੂੰ ਰੈਸਟ ਨਹੀਂ ਮਿਲਦਾ ਹੈ, ਉਹਨੂੰ ਸਦਾ ਹੀ ਇੱਕ ਕੌਨਫਲਿਕਟ ਦੇ ਵਿੱਚ ਵਿਸਰਨਾ ਪੈਂਦਾ ਹੈ। ਪਰ ਜਿਸ ਨੇ ਬਾਹਰਮੁਖੀ ਮਨ ਨੂੰ ਇਹ ਦਹਿ-ਦਿਸ 10 ਡਾਇਰੈਕਸ਼ਨਸ ਨੂੰ ਤਿਆਗ ਦਿੱਤਾ ਤਾਂ ਸੂਫੀ ਕਹਿੰਦੇ ਹਨ 11ਵੀਂ ਡਾਇਰੈਕਸ਼ਨ ਅੰਦਰ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। वेद कते विफ्तरा पाई, दिल का फिक्र न जाए। उकदम करारी जो करे हाजिर हजूर खुदाए। इस मन नू खड़ा करना है, शांत करना है, बाहरमुखी तो अंतर्मुखी होना है, एक बैलेंस जीवन विच बनाना है। बाहर नू छड्डना नहीं है, छड्डण नाल भी कोई लाभ नहीं है, होर कॉन्फ्लिक्टेड हो जाएगा जीवन। इनू छड्डना या ना छड्डना बाहरमुखी जीवन ते डिपेंड नहीं करता, अंतर्मुखी अप्रोच ते डिपेंड करता है। मैं मन नू किवें अप्रोच कर रहा हाँ। अगर मैं मन नू ठीक तरह समझ लिया है तो बाहरमुखी जीवन विच कॉन्फ्लिक्ट होए या ना होए, अंतर्मुखी ठंड मन विच वसदी है। पर अगर मैं बाहर नू सॉल्व करन लई, बाहरमुखी जीवन नू सॉल्व करन लई उहनू छड्डण दा यतन करांगा तां इह नहीं है कि वह सौखा हो जाएगा, मन विच वरतेगा फिर भी कॉन्फ्लिक्ट। The issue is not of the way we live in the physical world, that is secondary। अगर असी मन दी कॉम्प्लेक्सिटीज नू समझा लिया, सुलझा लिया, then whatever the conditions outside become easier। जिवें हरनीत वीर पुछदा सी हुण की करिए, पहला मन नू रिलैक्स करिए, इसनू होर थॉट नाल कॉन्फ्लिक्ट ना कर दईए। मन नू शांत करके काम माइंड नाल सॉल्यूशंस मिलते हैं, उन्होंने होर कॉन्फ्लिक्ट विच नहीं पाना है। यह गल बाहर दी नहीं है। हुण जो बाहर दा डायरैक्शन है उसनू कदों बदलना है, किवें बदलना है, यह साडी इंडिविजुअल चॉइसिस हैं। और उहदे लई एनर्जी कित्थों आएगी? अंदरमुखी मन तो आएगी। मन शांत होएगा, एम्पावर्ड होएगा तां। कॉन्फ्लिक्टेड माइंड फिर होर रिएक्टिव डिसीजंस लैंदा जाएगा। तो कहण दा तत्पर्य की है, ए मन मेरिया चतुराई किने ना पाया। चतुराई सियाणप, ओवर इंटेलिजेंस हैज नो रूट टूवर्ड स्पिरिचुअलिटी। उस आनंद दा दरवाजा नहीं है उत्थे। जीवन दे विच असीं कुछ नोट कमा सकते हाँ, चौधर लै सकते हाँ, पर जिहड़ी चीज़ां साडे तो लै लई जा सकदियां हन, गुरमत उसनूं बहुत ज़्यादा मुल नहीं देंदी। ये टैंपररी हैं कि नहीं हैं, बहुत दूर दे साथी नहीं हैं। इस करके जो जरूरी है जीवन विच, जो सदा है, जो परमानेंट लाइफ है, वो केड़ी है? यह एक इंटरनल डिसीजन है जिथे मैनू पहुंचना है। बाणी उस जीवन नू बार बार रीइनफोर्स करती है जिहड़ा सदा लई है, जिहड़ा स्पिरिचुअल लाइफ है, जिथे मन दे तह दे अंदर एक सत छिपिया है। बाणी उहदी गल करती है, उस जीवन की गल नहीं करती ज्यादा जिहड़ा बाहरला जीवन है। उहदे बारे की रिएक्शन है गुरु दा, अज इस पौड़ी विच समझाणगे। माया की है, मोया की है,
मन मुख डंफ बहुत चतुराई, जो किछ कमावे सो थाए ना पाई। उस कमाई नाल कोई थाए नहीं पाएगा, कुछ चिर दा साथ है। जो किछ कमावे सो थाए ना पाई, आवे जावे ठौर ना जाई। सदा ही मूवमेंट विच रहेगा, ठहर ना ही, ठहरेगा नहीं, विश्राम नहीं मिलेगा। विश्राम किथे है महाराज? विश्राम नाम दे मन दी अवस्था विच है, उत्थे ही है, होर किधरे नहीं है। महाराज ने जपजी साहब विच भी यही गल तां होर तरीके नाल कीती है कि ਇਹ ਜੀਵਨ ਦੇ ਵਿੱਚ ਇੱਕ ਪਰਦਾ ਹੈ ਕੂੜ ਦਾ। ਮੈਨੂੰ ਉਸ ਜੀਵਨ ਦੇ ਦਰਸ਼ਨ ਨਹੀਂ ਹੋ ਪਾ ਰਹੇ ਹਨ। ਇਸ ਪੌੜੀ ਵਿੱਚ ਵੀ ਉਹੀ ਦਰਸ਼ਨ ਸਾਡੇ ਸਾਹਮਣੇ ਹਨ। ਜਦੋਂ ਹਜੂਰ ਸਾਨੂੰ ਦੱਸਦੇ ਹਨ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ, ਕਿ ਇਸ ਚਤੁਰਾਈ ਨਾਲ ਉਸ ਤਤ ਗਿਆਨ ਨੂੰ ਨਹੀਂ ਪਾਇਆ ਜਾਏਗਾ, ਉਸ ਬ੍ਰਹਮ ਗਿਆਨ ਨੂੰ ਨਹੀਂ ਜਾਣਿਆ ਜਾਏਗਾ, ਉਸ ਜੀਵਨ ਦੀ ਅਵਸਥਾ ਨੂੰ ਨਹੀਂ ਜਾਣਿਆ ਜਾਏਗਾ ਜੋ ਪਰਮਾਨੈਂਟ ਹੈ। ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ। ਮਹਾਰਾਜ ਮਨ ਨੂੰ ਸਮਝਾ ਰਹੇ ਹਨ, ਸਾਨੂੰ ਪ੍ਰੇਰ ਰਹੇ ਹਨ ਮਨ ਨਾਲ ਇੰਟਰੈਕਟ ਕਰਨ ਲਈ, in the way which should guide it towards truth, towards stability, permanence, light, joy, to the goals we seek. ਗੁਰੂ ਕਹਿੰਦਾ ਹੈ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ। ਮੇਰਾ ਮਨ ਕਿਸ ਨੂੰ ਸੁਣਦਾ ਹੈ, ਉੱਥੋਂ ਮਨ ਬਣਦਾ ਹੈ। ਸੁਣੀਏ ਦੀ ਪੌੜੀ ਜਪਜੀ ਸਾਹਿਬ ਵਿੱਚ ਅਸੀਂ ਜਾਣਦੇ ਹਾਂ, ਮੰਨਣ ਤੋਂ ਪਹਿਲੇ ਹੈ। ਤਾਂ ਮਨ ਦਾ ਸਟਰਕਚਰ, ਕੀ ਮਨ ਸੁਣਦਾ ਹੈ, ਕੀ ਅਬਜ਼ੌਰਬ ਕਰਦਾ ਹੈ, ਕੀ ਡਿਸੀਜਨਸ ਲੈਂਦਾ ਹੈ, ਕਿਹੜੇ ਬੀਜ ਬੀਜ ਰਿਹਾ ਹੈ, ਉੱਥੋਂ ਮਨ ਬਣ ਰਿਹਾ ਹੈ, ਉੱਥੋਂ ਫਿਊਚਰ ਗਾਈਡ ਹੋ ਰਿਹਾ ਜੀਵਨ ਦਾ। ਤਾਂ ਸੁਣਨ ਵਾਸਤੇ ਗੁਰੂ ਪ੍ਰੇਰ ਰਹੇ ਹਨ, ਤੂੰ ਸੱਚ ਸੁਣ, ਕਿਉਂਕਿ ਸੱਚ ਨੂੰ ਸੁਣੇਗਾ ਤਾਂ ਝੂਠ ਤੋਂ ਪਰਦਾ ਹਟ ਜਾਏਗਾ, ਝੂਠ ਦੀ ਪੈਰ ਖਿਸਕ ਜਾਣਗੇ, ਮਨ ਨੂੰ ਝਟਕਾ ਲੱਗੇਗਾ ਔਰ ਉਹ ਨਵੇਂ ਪਾਸੇ ਟੁਰ ਪਏਗਾ, ਝੂਠ ਨੂੰ ਤਿਆਗ ਦੇਗਾ ਔਰ ਸੱਚ ਨੂੰ ਜਾਣ ਲਏਗਾ। ਗੁਰੂ ਸਾਨੂੰ ਪ੍ਰੇਰਦੇ ਹਨ ਉਸ ਸੱਚ ਵੱਲ। ਇਹ ਮਾਇਆ ਮੋਹਣੀ ਜਿਨ ਏਤ ਪਰਮ ਭੁਲਾਇਆ। ਹੁਣ ਗੁਰੂ ਉਸ ਪਰਦੇ ਦੀ ਗੱਲ ਕਰਦੇ ਹਨ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਕੂੜ ਕਿਹਾ ਜਪਜੀ ਸਾਹਿਬ ਵਿੱਚ। ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ। ਇਹ ਕੂੜ ਦੀ ਪਾਲ, ਦੀਵਾਰ, ਪਰਦਾ ਕਿਵੇਂ ਹਟੇਗਾ? ਕਿਵੇਂ ਸੱਚ ਜਾਣ ਲਵਾਂਗੇ, ਪ੍ਰਤੱਖ ਹੋ ਜਾਵਾਂਗੇ, ਨਿਰੰਕਾਰ ਦੇ ਸਾਹਮਣੇ ਕਿਵੇਂ ਖਲੋ ਸਕਾਂਗੇ? ਇਹਦੇ ਬਾਰੇ ਹੀ ਹੈ। ਦੇਰ ਆਰ ਨੋ ਹਾਫ ਟਰੂਥਸ ਹੇਅਰ। ਗੁਰਬਾਣੀ ਉਸ ਤਤ ਗਿਆਨ ਦੀ ਕੰਪਲੀਟਨੈਸ ਦੀ ਗੱਲ ਕਰਦੀ ਹੈ ਜਿਹੜੀ ਮੌਤ ਨੂੰ ਟ੍ਰਾਂਸੈਂਡ ਕਰਦੀ ਹੈ। ਇਹ ਗੇਮ ਆਨੰਦ ਦੀ ਹੈ, ਜਿੱਥੇ ਇੱਕ ਸੌਦਾ ਹੋ ਰਿਹਾ ਹੈ, ਸਾਚ ਵੱਖਰ ਕੇ ਹਮ ਬਣ ਜਾ ਰਹੇ, ਉਸ ਸੱਚ ਨੂੰ ਲੱਭਣ ਨਿਕਲੇ ਹਾਂ। ਟ੍ਰੇਡ ਉਹਦਾ ਹੈ, ਝੂਠ ਦਾ ਨਹੀਂ ਹੈ, ਟੈਂਪਰਰੀ ਨਹੀਂ ਹੈ, ਹਾਫ ਹਾਰਟਡ ਨਹੀਂ ਹੈ, ਕੰਪਲੀਟ ਹੈ। ਇਸ ਕਰਕੇ ਇੱਥੇ ਕੰਪਲੀਟਨੈਸ ਵਰਤਦੀ ਹੈ ਹੋਰ ਤਰ੍ਹਾਂ ਵੀ। ਸਰੀਰ ਛੱਡ ਦਿੰਦੇ ਹਨ ਹੱਸਦੇ ਹੋਏ ਲੋਕ, ਕਮਾਲ ਕਰ ਦਿੰਦੇ ਹਨ। ਮਾਇਆ ਨੂੰ ਛੱਡ ਕੇ ਵੀ ਚਿੰਤਾ ਨਹੀਂ ਹੈ। ਇਹ ਨੇਚਰ ਆਫ ਲਾਈਫ ਕੁਝ ਹੋਰ ਹੈ। ਇੱਥੇ ਪੈਰ ਪਰਮਾਨੈਂਸ ਵਿੱਚ ਪਏ ਹਨ। ਅਕਾਲ ਕਹਿੰਦੇ ਹਾਂ ਅਸੀਂ ਉਸ ਨੂੰ, ਪੂਜਾ ਅਕਾਲ ਕੀ, ਜਿਹਦੀ ਜੜਾਂ ਟਾਈਮਲੈਸਨੈਸ ਵਿੱਚ ਹਨ, ਚੇਂਜ ਵਿੱਚ ਨਹੀਂ, ਟਰੁੱਥ ਵਿੱਚ ਹਨ। ਤਾਂ ਇਹ ਮੁਸਤਾਨੇ ਲੋਕ ਹੋ ਜਾਂਦੇ ਹਨ। ਫਿਰ ਜੀਵਨ ਨੂੰ ਉਹਦੀ ਇੰਪਰਮਾਨੈਂਸ ਔਰ ਪਰਮਾਨੈਂਸ ਸਿੱਧੀ ਦੇਖਣ ਲੱਗ ਪੈਂਦੇ, ਉਹਨੂੰ ਜੀਂਦੇ ਨੇ। ਫਿਰ ਉਹ ਕੋਈ ਉਹਦੇ ਬੰਦ ਕੱਟਦਾ ਹੈ ਤਾਂ ਉਹ ਕਹਿੰਦੇ ਜ਼ਰੂਰ ਕੱਟ ਦੇ, ਕੁਛ ਨਹੀਂ ਕੱਟਿਆ ਜਾ ਰਿਹਾ, ਕਿਉਂਕਿ ਜੋ ਉਹਨਾਂ ਕੋਲ ਹੈ ਉਹ ਪਰਮਾਨੈਂਸ ਹੈ, ਕੋਈ ਉਹਨਾਂ ਤੋਂ ਲੈ ਨਹੀਂ ਸਕਦਾ, ਸਰੀਰ ਵੀ ਨਹੀਂ। ਇੱਥੇ ਡਿਫਾਈਨ ਹੋ ਰਿਹਾ ਹੈ ਜੀਵਨ, ਬ੍ਰਹਮ ਗਿਆਨ। ਗੁਰੂ ਨਾਨਕ ਉਸੇ ਦੀ ਗੱਲ ਕਰਦੇ ਹਨ। ਅਗਰ ਅਸੀਂ ਆਪਣੀ ਆਈਡੈਂਟਿਟੀ, ਰਿਲੀਜੀਅਸ ਆਈਡੈਂਟਿਟੀ ਤੇ ਰੁਕ ਕੇ ਸਪਿਰਿਚੁਅਲ
ਰਿਐਲਿਟੀ ਨੂੰ ਨਹੀਂ ਜਾਣਾਂਗੇ ਤਾਂ ਅਸੀਂ ਧੋਖਾ ਕਰਾਂਗੇ ਆਪਣੇ ਆਪ ਨਾਲ। ਫਿਰ ਉਹ ਰਿਲੀਜੀਅਸ ਆਈਡੈਂਟਿਟੀ ਵੀ ਇੱਕ ਤਰ੍ਹਾਂ ਦਾ ਫਰੇਬ ਹੈ, ਝੂਠ ਹੈ, ਜਦ ਅਸੀਂ ਜੀ ਨਹੀਂ ਰਹੇ ਸੱਤ ਨੂੰ। ਇਹੀ ਗੱਲ ਗੁਰੂ ਨਾਨਕ ਸਾਹਿਬ ਦੇ ਇੰਟਰੈਕਸ਼ਨ ਵਿੱਚ ਵੀ ਆਈ। ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਜਾਂ ਮੁਸਲਮਾਨ ਹੋਈ। ਜਦੋਂ ਮਹਾਰਾਜ ਨੂੰ ਪੁੱਛਿਆ ਕਿ ਬਈ ਤੁਹਾਡੀ ਕਿਤਾਬ ਵਿੱਚ ਕੀ ਲਿਖਿਆ ਹੈ, ਕੌਣ ਵੱਡਾ ਹੈ, ਹਿੰਦੂ ਜਾਂ ਮੁਸਲਮਾਨ? ਮਹਾਰਾਜ ਕੀ ਕਹਿੰਦੇ ਹਨ? ਬਾਬਾ ਆਖੇ ਹਾਜੀਆ ਕੀ ਹੈ, ਸ਼ੁਭ ਅਮਲਾ ਬਾਝੋਂ ਦੋਵੇਂ ਰੋਈ। ਜਿਹੜਾ ਅਮਲ ਨਹੀਂ ਕਰੇਗਾ ਉਹ ਮੈਟਰ ਨਹੀਂ ਕਰਦਾ ਹਿੰਦੂ ਮੁਸਲਮਾਨ ਸਿੱਖ ਈਸਾਈ ਕੀ ਹੈ। ਔਰ ਅੱਜ ਟੈਂਪਰਰੀ ਇਸ਼ੂਜ਼ ਸਾਡੇ ਸਾਹਮਣੇ ਜੀਵਨ ਦੇ ਰਿਲੀਜੀਅਸ ਆਈਡੈਂਟਿਟੀ ਦੇ ਕੌਨਫਲਿਕਟਸ ਵਿੱਚ ਕਿਉਂ ਰਾਈਜ਼ ਹੋ ਰਹੇ ਹਨ? ਕਿਉਂਕਿ ਅਸੀਂ ਰਿਲੀਜਨ ਨੂੰ ਜਾਣਦੇ ਹੀ ਨਹੀਂ, ਜਾਂਦੀ ਕਿੱਥੇ ਦਰਵਾਜ਼ਾ, ਇਹ ਦੀਵਾਰ ਕਿੱਧਰ ਦੀ ਹੈ, ਇਹ ਡੋਰ ਕਿੱਧਰ ਨੂੰ ਖੁੱਲਦਾ ਹੈ, ਇਹ ਰੂਟ ਕਿੱਥੇ ਜਾ ਰਿਹਾ ਹੈ ਰਿਲੀਜਨ ਦਾ, ਇਹ ਇਨਰ ਸਪਿਰਿਚੁਅਲਿਟੀ ਨੂੰ ਜਾਂਦਾ ਹੈ। ਉੱਥੇ ਅਸੀਂ ਜਾ ਹੀ ਨਹੀਂ ਰਹੇ ਹਾਂ। ਤਾਂ ਅਸੀਂ ਕੌਨਫਲਿਕਟਡ ਮਾਈਂਡ ਵਿੱਚ ਇੱਕ ਨਵਾਂ ਕੌਨਫਲਿਕਟ ਰਿਲੀਜਨ ਦਾ ਖੜਾ ਕਰ ਲਿਆ। ਅਮਲ ਨਹੀਂ ਕੀਤਾ, ਜਾਣਿਆ ਹੀ ਨਹੀਂ ਧਰਮ ਕੀ ਹੈ, ਜਾਣਿਆ ਹੀ ਨਹੀਂ ਇਹ ਦਰਵਾਜ਼ਾ ਕਿੱਧਰ ਜਾ ਰਿਹਾ ਹੈ, ਜਾਣਿਆ ਹੀ ਨਹੀਂ ਇਹ ਰਸਤਾ ਕਿਹੜੇ ਮਨ ਵੱਲ ਜਾ ਰਿਹਾ ਹੈ। ਚਤੁਰਾਈ ਕਿਨੇ ਨਾ ਪਾਇਆ। ਅਸੀਂ ਧਰਮ ਨੂੰ ਵੀ ਇੱਕ ਚਤੁਰਾਈ ਦਾ, ਇੱਕ ਵਰਤਨ ਦਾ ਐਂਗਲ ਬਣਾ ਲਿਆ, ਈਗੋ ਨੇ ਬਣਾ ਲਿਆ, ਡਿਸਟਰਕਸ਼ਨ ਦਾ ਇੱਕ ਨਵਾਂ ਕਾਰਨ ਬਣਾ ਲਿਆ। ਜਦ ਕਿ ਉਹ ਸਕੂਨ, ਵਿਸਰਾਮ, ਆਨੰਦ, ਖੇੜੇ ਦਾ ਦਰਸ਼ਨ ਹੈ, ਈਗੋ ਨੇ ਉਸ ਨੂੰ ਪੋਲਿਊਟ ਕਰਤਾ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਇਹ ਮਾਇਆ ਤਾਂ ਮੋਹ ਲੈਂਦੀ ਹੈ। ਮਾਇਆ ਕੀ ਹੈ ਮਹਾਰਾਜ? ਇੱਕ ਇਲੂਜਨ ਹੈ। ਜਿਹੜੀ ਚੀਜ਼ ਜਿਸ ਤਰ੍ਹਾਂ ਨਹੀਂ ਹੈ, ਅਸੀਂ ਉਸ ਤਰ੍ਹਾਂ ਉਸ ਨੂੰ ਦੇਖੀਏ ਤਾਂ ਅਸੀਂ ਇਲੂਜਨ ਵਿੱਚ ਉਤਰ ਜਾਂਦੇ ਹਾਂ। ਕੁਝ ਚਿਰ ਲਈ ਸਾਡੇ ਕੋਲ ਜੀਵਨ ਹੈ, ਕੁਝ ਚਿਰ ਲਈ ਸਾਡੇ ਕੋਲ ਪੈਸੇ ਹਨ, ਕੁਝ ਚਿਰ ਲਈ ਪਰਿਵਾਰ ਹੈ, ਕੁਝ ਚਿਰ ਲਈ ਇਹ ਸਮਾਜ ਹੈ। ਅਸੀਂ ਉਹਨੂੰ ਸਦਾ ਲਈ ਜਾਣਦੇ ਹਾਂ। ਮਾਇਆ ਇਹ ਹੈ। ਅਗਰ ਅਸੀਂ ਇਹਨੂੰ ਕੁਝ ਚਿਰ ਲਈ ਜਾਣ ਕੇ ਜੀਏ ਤਾਂ ਫਿਰ ਜੀਵਨ ਕੁਝ ਹੋਰ ਹੋਏਗਾ। ਫਿਰ ਇਹ ਮਾਇਆ ਨਹੀਂ ਰਹੇਗੀ, ਇਸ ਤੇ ਪਾਰ ਚਲੇ ਜਾਵਾਂਗੇ। ਇਹਨੇ ਫਿਰ ਮੇਰੇ ਮਨ ਨੂੰ ਨਹੀਂ ਮੋਹਿਆ। ਮਨ ਮੇਰਾ ਪਰਚ ਸਕਦਾ ਇਹਨਾਂ ਚੀਜ਼ਾਂ ਦੇ ਵਿੱਚ, ਪਰ ਇਹ ਜਾਣਦੇ ਹੋਏ ਅਵੇਅਰ that there is another reality beyond this change, and I am aware of it. There's a big difference in life. ਇਸ ਬ੍ਰਹਮ ਗਿਆਨ ਨੂੰ ਗੁਰੂ ਸਾਨੂੰ ਇਨਵਾਈਟ ਕਰਦਾ ਹੈ। ਇਹ ਮਾਇਆ ਜਿਸ ਦੇ ਸਾਨੂੰ ਗ੍ਰਸਤ ਕਰ ਲਿਆ, ਜਿਸ ਨੇ ਸਾਨੂੰ ਮੋਹ ਲਿਆ, ਜਿਸ ਨੇ ਇਸ ਮਨ ਨੂੰ ਕਾਬੂ ਕਰ ਲਿਆ, ਜਿਹੜਾ ਥਾਟਸ ਦਾ ਮਾਈਂਡ ਹੈ, ਚੰਚਲ ਮਨ ਹੈ। ਕਿਉਂ ਕਰ ਲਿਆ? ਕਿਉਰਿਓਸਿਟੀ ਕਿਲਸ ਦ ਕੈਟ। ਯਾਨੀ ਅਸੀਂ ਤ੍ਰਿਸ਼ਨਾ ਵਿੱਚ ਨਿਕਲਦੇ ਹਾਂ, ਭੁੱਖ ਵਿੱਚ ਨਿਕਲਦੇ ਹਾਂ ਔਰ ਗਲਤ ਜਗ੍ਹਾ ਜਾਂਦੇ ਹਾਂ ਔਰ ਉੱਥੇ ਫਸ ਜਾਂਦੇ ਹਾਂ। ਇਹ ਰਸਤਾ ਮੇਰੀ ਤ੍ਰਿਸ਼ਨਾ ਤੋਂ ਨਿਕਲ ਰਿਹਾ ਹੈ। ਇਹ ਚਾਬੀ ਮੇਰੀ ਤ੍ਰਿਸ਼ਨਾ ਦੇ ਤਾਲੇ ਤੋਂ ਖੁੱਲ ਰਹੀ ਹੈ ਔਰ ਮਾਇਆ ਉਹਦੇ ਸਾਹਮਣੇ ਸਾਨੂੰ ਪਕੜ ਲੈਂਦੀ ਹੈ। ਜੇ ਮੈਂ ਤ੍ਰਿਸ਼ਨਾ ਵਿੱਚ ਨਾ ਹੋਵਾਂ, ਤ੍ਰਿਪਤ ਹੋਵਾਂ, ਤਾਂ ਫਿਰ ਮਾਇਆ ਕਿਵੇਂ ਪਕੜ ਸਕਦੀ ਹੈ? ਮੇਰੀ ਡਿਮਾਂਡਸ ਆਫ ਲਾਈਫ ਇਹ ਡਿਮਾਂਡ ਹੀ ਨਹੀਂ ਕਰਦੀਆਂ ਕਿ ਮੈਂ ਸਭ ਕੁਝ ਚਾਹਾਂ ਔਰ ਇਹਦੇ ਬਿਨਾਂ ਨਹੀਂ ਜੀ ਸਕਦਾ। ਤਾਂ ਮੈਨੂੰ ਉਹ ਕਿਸ ਤਰ੍ਹਾਂ ਗ੍ਰਿਪ ਕਰ ਸਕੇਗੀ? ਸਮਝਣਾ ਇਹਨੂੰ। ਮੈਂ ਉਸ ਨੂੰ ਜੀ ਰਿਹਾ ਹਾਂ, ਉਹਦੇ ਵਿੱਚ ਪੈਸਾ ਵੀ ਹੈ, ਵੈਲਥ ਵੀ ਹੈ, ਇਨਫਲੂਐਂਸ ਵੀ ਹੈ, ਸਭ ਕੁਝ ਹੈ, ਪਰ ਇਹ ਆਧਾਰ ਨਹੀਂ ਹੈ, ਫਾਊਂਡੇਸ਼ਨ ਨਹੀਂ ਹੈ ਮੇਰੀ ਲਾਈਫ ਦਾ। ਤਾਂ ਫਿਰ ਉਹ ਮੈਨੂੰ ਕਿੰਨਾ ਕੰਟਰੋਲ ਕਰ ਸਕਦੀ ਹੈ? ਉਹ ਮੇਰੇ ਵਿਜ਼ਨ ਨੂੰ ਬਲੌਕ ਨਹੀਂ ਕਰ ਪਾਉਂਦੀ। ਫਿਰ ਮੈਂ ਤਤ ਗਿਆਨ ਨੂੰ ਜਾਣ ਲੈਂਦਾ, ਜੀਵਨ ਕੀ ਹੈ।
ਉਹਨੂੰ ਜੀਵ ਹੀ ਲੈਂਦਾ ਔਰ ਇਹਨੂੰ ਛੱਡਣ ਵਿੱਚ ਜਰਾ ਰੋਸ ਨਹੀਂ ਕਰਦਾ, ਕਿਉਂਕਿ ਜੋ ਕੁਝ ਇੱਥੋਂ ਮਿਲਦਾ ਹੈ ਉਹ ਪਹਿਲੇ ਹੀ ਉਹਦਾ ਤੱਤ ਮੇਰੇ ਕੋਲ ਹਾਜ਼ਰ ਹੈ। ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ ਜਿਸ ਗੁਰਪ੍ਰਸਾਦ ਦੀ ਗੱਲ ਕਰਦੇ ਹਨ, ਉਹ ਬ੍ਰਹਮ ਗਿਆਨ ਹੈ, ਸੰਤ ਅਵਸਥਾ ਹੈ। ਉੱਥੇ ਨਾ ਮੌਤ ਹੈ, ਨਾ ਲੌਸ ਹੈ, ਨਾ ਡਰ ਹੈ, ਨਾ ਕੋਈ ਇਹੋ ਜਿਹੀ ਪਨਿਸ਼ਮੈਂਟ ਹੈ, ਨਾ ਟੈਕਸ ਹੈ। ਤੱਤਤਾ ਹੈ ਜੀਵਨ ਦਾ। ਨਾ ਇਹ ਰਤੇ ਸਿੱਜਣ ਗਏ, ਹਾਰ ਗਏ ਸੇ ਠੱਗਣ ਵਾਲੇ। ਜਿਨ੍ਹਾਂ ਨੇ ਮਨ ਨੂੰ ਨਾਮ ਨਾਲ ਰਤ ਲਿਆ ਉਹ ਜਿੱਤ ਕੇ ਜਾਣਗੇ, ਬਾਕੀ ਹਾਰ ਕੇ ਜਾਣਗੇ। ਇਹ ਡਿਸੀਜਨਸ ਮੇਰੇ ਮਨ ਔਰ ਮੇਰੇ ਵਿੱਚ ਹੋ ਰਹੇ ਹਨ, ਬਾਹਰ ਨਹੀਂ ਹੋ ਰਹੇ ਕਿਧਰੇ। ਇਹ ਮੈਂ ਆਪਣੇ ਆਪ ਨੂੰ ਇਲੂਜਨ ਵਿੱਚ ਪਾ ਰਿਹਾ ਹਾਂ। ਦਿਸ ਇਜ਼ ਮਾਈ ਚੋਇਸ। ਮੈਂ ਹੀ ਪਾ ਰਿਹਾ ਹਾਂ। ਔਰ ਇੱਥੇ ਮੈਂ ਆਪਣੇ ਮਨ ਨੂੰ ਕਿਸ ਤਰ੍ਹਾਂ ਟਟੋਲਦਾ ਹਾਂ, ਕਿਸ ਤਰ੍ਹਾਂ ਜਾਣਦਾ ਹਾਂ, ਕਿਸ ਤਰ੍ਹਾਂ ਦੇਖਦਾ ਹਾਂ, ਇੱਥੋਂ ਜੀਵਨ ਡਿਫਾਈਨ ਹੁੰਦਾ ਹੈ। ਮਾਇਆ ਤਾਂ ਮੋਹਣੀ ਤਿਨੇ ਕੀਤੀ, ਜਿਨ ਠਗੋਲੀ ਪਾਇਆ। ਹੁਣ ਗੁਰੂ ਥੋੜਾ ਮਾਇਆ ਦੇ ਸਟਰਕਚਰ ਵਿੱਚ ਵੀ ਉਤਰ ਗਏ ਹਨ। ਜਿਹੜਾ ਇਹ ਪਰਦਾ ਹੈ ਮੇਰੇ ਮਨ ਅੱਗੇ, ਇਹ ਕਿਉਂ ਹੈ, ਇਹ ਕਿਸ ਕਾਰਨ ਹੈ, ਇਹ ਵੀ ਵਿਚਾਰਨਾ ਬਣਦਾ ਹੈ। ਅਗਰ ਇੱਕ ਮਾਤਾ ਨੂੰ ਆਪਣੇ ਬੱਚੇ ਨਾਲ ਮੋਹ ਨਾ ਹੋਏ ਤਾਂ ਉਹ ਬੱਚੇ ਨੂੰ ਕਿਉਂ ਪਾਲੇਗੀ? ਜੀਵਨ ਮੋਹ ਦੇ ਕਾਰਨ ਚੱਲਦਾ ਹੈ। ਇਹ ਇੱਕ ਐਲੀਮੈਂਟ ਹੈ ਲਾਈਫ ਦਾ। ਇਹਨੂੰ ਅਸੀਂ ਨਿਗੇਟ ਨਹੀਂ ਕਰਨਾ, ਇਹਦੇ ਬਿਯੋਂਡ ਜਾਣਾ ਹੈ। ਸਾਨੂੰ ਆਪਣੇ ਪਰਿਵਾਰ ਨਾਲ ਮੋਹ ਨਾ ਹੋਏ ਤਾਂ ਅਸੀਂ ਕਿਉਂ ਨਾ ਲਈ ਮੁਸ਼ੱਕਤ ਕਰਾਂਗੇ। ਇਹ ਮੋਹ ਦੀ ਆਪਣੀ ਜਗ੍ਹਾ ਹੈ, ਪਰ ਇਹਦਾ ਇਸ਼ੂ ਇਹ ਬਣਦਾ ਹੈ ਕਿ ਇਸ ਮੋਹ ਕਰਕੇ ਅਸੀਂ ਰੁਕ ਗਏ ਹਾਂ, ਅੱਗੇ ਦੇਖਣਾ ਹੀ ਛੱਡ ਦਿੱਤਾ ਹੈ। ਇਹਨੂੰ ਪਰਮਾਨੈਂਟ ਸਮਝ ਲਿਆ ਹੈ, ਇਹਨੂੰ ਸਦਾ ਲਈ ਸਮਝ ਲਿਆ ਹੈ। ਇਹਦਾ ਸਟਰਕਚਰ ਅਸੀਂ ਜਾਣਿਆ ਨਹੀਂ ਹੈ, ਇਹਦੇ ਸੱਤ ਨੂੰ ਅਸੀਂ ਟਟੋਲਿਆ ਨਹੀਂ ਹੈ। ਇੱਥੇ ਫਸਦੀ ਹੈ ਗੱਲ। ਮੈਂ ਉਸ ਜੀਵਨ ਦੇ ਸੱਤ ਨੂੰ ਨਹੀਂ ਜਾਣ ਪਾਉਂਦਾ, ਜਿਹੜਾ ਜੀਵਨ ਹੈ ਕਿ ਜੀਵਨ ਸਦਾ ਲਈ ਨਹੀਂ ਹੈ। ਜੀਵਨ ਦਾ ਗਿਆਨ, ਉਹਦੀ ਜੜ ਜਿਸ ਥਾਂ ਤੇ ਹੈ, ਮੈਂ ਉੱਥੇ ਜਾਂਦਾ ਹੀ ਨਹੀਂ ਹਾਂ। ਇਹ ਹੈ ਮੋਹਨਾ। ਇੱਥੇ ਮਾਇਆ ਨੇ ਮੋਹ ਲਿਆ ਮੈਨੂੰ। ਮੈਂ ਹੁਣ ਰੁਕ ਗਏ, ਮੇਰੇ ਪੈਰ ਖੜੇ ਹੋ ਗਏ, ਜਿਵੇਂ ਆਸਾ ਦੀ ਵਾਰ ਵਿੱਚ ਵੀ ਦੱਸਿਆ ਹੈ। ਤਾਂ ਮੈਂ ਜੀਵਨ ਨੂੰ ਕਿਵੇਂ ਜਾਣਾਂਗਾ? ਗੁਰੂ ਕਹਿੰਦਾ ਹੈ, ਜਿਸਨੇ ਇਸ ਮੋਹ ਮਾਇਆ ਨੂੰ ਕ੍ਰੀਏਟ ਕੀਤਾ ਹੈ, ਮਾਇਆ ਤਾਂ ਮੋਹਣੀ ਤਿਨੇ ਕੀਤੀ, ਜਿਨ ਠਗੋਲੀ ਪਾਇਆ। ਇਹ ਮਨ ਮੋਹਣੀ ਜਿਨ ਏਤ ਭਰਮ ਭੁਲਾਇਆ। ਇਹ ਜਿਹੜੀ ਮਾਇਆ ਮੋਹਣੀ ਹੈ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਇਹ ਮਾਇਆ ਨੇ ਮੈਨੂੰ ਮੋਹ ਲਿਆ, ਇਹਦੇ ਨਾਲ ਮੈਂ ਭਰਮ ਵਿੱਚ ਪੈ ਗਿਆ, ਇੱਕ ਭੁਲੇਖੇ ਵਿੱਚ ਪੈ ਗਿਆ, ਇੱਕ ਇਲੂਜਨ ਵਿੱਚ ਜੀ ਰਿਹਾ, ਇੱਕ ਬਬਲ ਵਿੱਚ ਜੀ ਰਿਹਾ। ਸੱਤ ਨੂੰ ਨਹੀਂ ਜਾਣਦਾ। ਇਹ ਸਰੀਰ ਸਦਾ ਲਈ ਨਹੀਂ ਹੈ। ਮੌਤ ਨੂੰ ਸੋਚਦੇ ਹੀ ਡਰ ਜਾਂਦਾ ਹਾਂ। ਇਹ ਕਿਹੜੇ ਮਨ ਦੇ ਦਰਸ਼ਨ ਹਨ? ਚੰਚਲ ਮਨ ਦੇ। ਮਹਾਰਾਜ ਕਹਿੰਦੇ ਨੇ, ਮਾਇਆ ਤਾਂ ਮੋਹਣੀ ਤਿਨੇ ਕੀਤੀ, ਜਿਨ ਠਗੋਲੀ ਪਾਇਆ। ਇਹ ਰੱਬ ਨੇ ਠੱਗ ਲਿਆ ਸਾਨੂੰ ਸਾਰਿਆਂ ਨੂੰ। ਉਸਨੇ ਮਾਇਆ ਬਣਾਈ ਹੈ, ਔਰ ਮਾਇਆ ਨਾ ਬਣਾਏ ਤਾਂ ਜੀਵਨ ਨਾ ਚੱਲੇ। ਜੀਵਨ ਦਾ ਇੱਕ ਟੂਲ ਹੈ ਮਾਇਆ, ਜਿਵੇਂ ਹਉਮੈ ਇੱਕ ਟੂਲ ਹੈ ਜਿਹਦੇ ਨਾਲ ਜੀਵਨ ਚੱਲਦਾ ਹੈ। ਆਸਾ ਦੀ ਵਾਰ ਵਿੱਚ ਸਭ ਸਮਝਾਇਆ ਸਾਨੂੰ, ਮਾਇਆ ਬਾਰੇ, ਜੀਵਨ ਬਾਰੇ, ਹਉਮੈ ਬਾਰੇ। ਹਉਮੈ ਇਹੀ ਬੰਧਨ, ਫਿਰ ਜੋਨੀ ਪਾਏ। ਨਾਲ ਇਹ ਸਮਝਾਇਆ ਹੈ ਕਿ ਇਹਨੂੰ ਜਾਣ ਲੈਣਾ ਇਹਦਾ ਮੋਹ ਤੋੜ ਦੇਗਾ, ਕਿ ਇਹ ਆਂਦੀ ਕਿੱਥੋਂ ਹੈ ਹਉਮੈ। ਹਉਮੈ ਕਿੱਥੋਂ ਉਪਜੇ, ਕਿਤ ਸੰਜਮ ਹੈ ਜਾਏ। ਹਉਮੈ ਦਾ ਸੱਚ ਜਾਣ ਲੈਣਾ। ਹੁਕਮੇ ਬੂਝੇ ਤਾਂ ਦਰ ਸੂਝੇ, ਹਉਮੈ ਬੂਝੇ ਤਾਂ ਦਰ ਸੂਝੇ। ਹਉਮੈ ਦੀ ਜਾਣ ਲੈਣਾ, ਉਹਦੀ ਸਟਰਕਚਰ ਕੀ ਹੈ, ਜਿਵੇਂ ਮਾਇਆ ਨੂੰ ਜਾਣ ਲੈਣਾ, ਮੋਹ ਨੂੰ ਜਾਣ ਲੈਣਾ। ਇਹਦੇ ਬਿਯੋਂਡ ਕਿਵੇਂ ਜਾਣਾ? ਗੱਲ ਤੇ ਇਹ ਹੈ। ਇਸ ਜੀਵਨ ਨੂੰ ਤਾਂ ਜੀ ਰਹੇ ਹਾਂ, ਫਿਰ ਔਖਾ ਸੌਖਾ ਇਹ ਕਰਮਾਂ ਦੇ ਨਾਲ ਡਿਫਾਈਨ ਹੁੰਦਾ ਹੈ।
ਪਰ ਇਹਨੂੰ ਸੋਲਵ ਕਰਨ ਲਈ ਜਿਤਨਾ ਡੂੰਘਾ ਅੰਦਰ ਜਾਵਾਂਗੇ ਉਤਨਾ ਇਹ ਸੋਲਵ ਹੋਣਾ ਸ਼ੁਰੂ ਹੋ ਜਾਏਗਾ। ਉਹਦਾ ਇਸ ਸਟਰਕਚਰ ਨੂੰ ਚੇਂਜ ਆਣਾ ਸ਼ੁਰੂ ਹੋ ਜਾਂਦਾ ਹੈ, ਜੋ ਮਹਾਰਾਜ ਸਮਝਾ ਰਹੇ ਹਨ। It doesn't make it more difficult, it will make it easier. ਗੁਰੂ ਕਹਿੰਦਾ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੋਲੀ ਪਾਇਆ। ਠੱਗਿਆ ਗਿਆ ਸੰਸਾਰ, ਉਸਨੇ ਇਸ ਮਾਇਆ ਨੂੰ ਸਾਨੂੰ ਦਿੱਤਾ ਸੀ ਵਰਤਣ ਲਈ, ਅਸੀਂ ਮਾਇਆ ਤੋਂ ਵਰਤੇ ਜਾ ਰਹੇ ਹਾਂ, ਮੋਹ ਗਏ ਇਹਦੇ ਨਾਲ, ਇਸ ਤੇ ਬਿਯੋਂਡ ਨਹੀਂ ਜਾ ਪਾ ਰਹੇ। ਇਹ ਚੰਚਲ ਮਨ ਨੂੰ ਪਕੜ ਲਿਆ, ਇਸਨੇ ਚਤੁਰਾਈ ਕਰਕੇ ਪਕੜ ਲਿਆ। ਅਸੀਂ ਸੋਚ ਰਹੇ ਹਾਂ ਅਸੀਂ ਜਾਣ ਲਿਆ ਸਭ ਕੁਝ, ਗੁਰੂ ਨੂੰ ਨਹੀਂ ਜਾਣਿਆ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਮੈਂ ਇਸ ਚੰਚਲ ਮਨ ਨੂੰ ਸੁਚੇਤ ਜਾਣਦਾ ਹਾਂ, ਚਤੁਰ ਜਾਣਦਾ ਹਾਂ, ਇਸ ਚਤੁਰਾਈ ਤੇ ਭਰੋਸਾ ਕਰਦਾ ਹਾਂ। ਜੀਵਨ ਵਾਸਤੇ ਹੋ ਸਕਦਾ ਹੈ ਠੀਕ ਹੈ, ਪਰ ਜਿੰਨਾ ਡੂੰਘਾ ਖੂਆ ਮੈਂ ਇਸ ਚਤੁਰਾਈ ਨਾਲ ਖੋਦਾਂਗਾ ਉਤਨਾ ਹੀ ਮੁਸ਼ਕਿਲ ਉਸ ਤੋਂ ਨਿਕਲਣਾ ਹੋਏਗਾ, ਉਤਨਾ ਅਸਰਲ ਹੋ ਜਾਏਗਾ ਜੀਵਨ, ਉਤਨਾ ਮੂਵਮੈਂਟ ਵਿੱਚ ਚਲਾ ਜਾਏਗਾ ਮਨ। ਇੱਕ ਬੈਲੈਂਸ ਹੈ, ਮੈਂ ਕਿਹੜੀ ਚੀਜ਼ ਨੂੰ ਕਿੱਥੇ ਛੱਡਣਾ ਹੈ, ਕਿਹੜੀ ਮੇਰੀ ਚੋਇਸਿਸ ਹਨ, ਇਹ ਸਭ ਮੇਰੀਆਂ ਨੇ। ਕੁਝ ਆਲੇ ਦੁਆਲੇ এনवायरमेंट ਨਾਲ ਵੀ ਰਿਐਕਸ਼ਨ ਹੈ, ਕਿਤਨਾ ਮੈਂ ਐਕਸਪੈਕਟ ਕਰਦਾ ਹਾਂ ਜੀਵਨ ਤੋਂ, ਇਹ ਮੇਰੀਆਂ ਕਾਲਸ ਨੇ। ਔਰ ਇਹ ਹਰ ਇੱਕ ਦਾ ਜੀਵਨ ਆਪਣਾ ਅਲੱਗ ਹੈ। ਕਿੱਥੇ ਮੈਂ ਰੁਕਣਾ ਹੈ, ਕਿੱਥੇ ਤੱਕ ਮੈਂ ਜਾਣਾ ਹੈ, ਕਿੱਥੇ ਜੌਬ ਬਦਲਣੀ ਹੈ, ਕਿੱਥੇ ਨਹੀਂ ਬਦਲਣੀ ਹੈ, ਇਹ ਸਾਡੀ ਇਨਰ ਇਨਸਪੀਰੇਸ਼ਨਸ ਹਨ। ਮੈਂ ਅੰਦਰ ਦੀ ਅਵੇਕਨਿੰਗ ਤੋਂ ਗਾਈਡੈਂਸ ਲੈ ਸਕਦਾ ਹਾਂ, ਪਰ ਮੈਨੂੰ ਇੱਕ ਬੈਲੈਂਸ ਦੇਖਣਾ ਪਏਗਾ ਜੀਵਨ ਵਿੱਚ। ਅਗਰ ਮੈਂ ਉਸ ਬੈਲੈਂਸ ਨੂੰ ਜ਼ਿਆਦਾ ਅਪਸੈਟ ਕਰਾਂਗਾ, ਚਤੁਰਾਈ ਦੇ ਮਨ ਨੂੰ ਪੂਰੀ ਤਰ੍ਹਾਂ ਪਕੜ ਲਵਾਂਗਾ, ਤਾਂ ਅਧਿਆਤਮ ਛੁੱਟ ਜਾਏਗਾ। ਛੁੱਟੇ ਤਿਲਬੁਆਰ ਜਿਉਂ ਸੁੰਝੇ ਅੰਦਰ ਖੇਤ, ਇਹ ਉਹੀ ਕਹਾਣੀ ਹੋ ਜਾਏਗੀ, ਜੀਵਨ ਰਾਖ ਹੋ ਜਾਏਗਾ। ਮੈਂ ਆਪਣੇ ਜੀਵਨ ਵਿੱਚ ਆਪਣੀ ਚਤੁਰਾਈ ਫॉर ਡੇ ਟੂ ਡੇ ਵਰਕਿੰਗ ਵਰਤਦਾ ਵੀ ਹਾਂ, ਪਰ ਮੈਂ ਇੱਕ ਇਨਰ ਮਾਈਂਡ ਨੂੰ ਜਾਣਦਾ ਹਾਂ, ਤਾਂ ਮੈਂ ਬ੍ਰਹਮ ਗਿਆਨ ਵੱਲ ਟੁਰ ਪਿਆ ਹਾਂ। ਮੈਂ ਜਾਣ ਗਿਆ ਹਾਂ ਇਹਦਾ ਕੋਈ ਵੈਲਿਊ ਨਹੀਂ ਹੈ ਜ਼ਿਆਦਾ, ਪਰ ਜੀਵਨ ਨੂੰ ਪਰਚ ਰਿਹਾ ਹਾਂ, ਬਸ ਵਰਤ ਰਿਹਾ ਹਾਂ। ਇੱਕ ਨੂੰ ਛੱਡਣਾ ਵੀ ਪੂਰੀ ਤਰ੍ਹਾਂ ਪੋਸਿਬਿਲਿਟੀ ਨਹੀਂ ਹੈ। ਮੈਂ ਪੂਰੀ ਤਰ੍ਹਾਂ ਜੀਵਨ ਨੂੰ ਛੱਡ ਦਿਆਂ ਤਾਂ ਉਹਦੇ ਨਾਲ ਅੰਦਰ ਦਾ ਮਨ ਸੌਖਾ ਨਹੀਂ ਹੁੰਦਾ ਹੈ, ਹੋਰ ਕੰਪਲਿਕੇਟ ਹੋ ਜਾਂਦਾ ਹੈ। ਤਾਂ ਐਸੇ ਨੂੰ ਮਹਾਰਾਜ ਨੇ ਹੁਕਮ ਕਿਹਾ ਹੈ ਕਿ ਜੋ ਮੇਰੀ ਅੰਦਰ ਔਰ ਬਾਹਰ ਦੀ ਕੰਡੀਸ਼ਨਸ ਹਨ, ਮੈਨੂੰ ਉਹ ਹੁਕਮ ਵਰਤ ਰਿਹਾ ਹੈ ਮੇਰੇ ਜੀਵਨ ਵਿੱਚ, ਉਹਨੂੰ ਐਕਸੈਪਟ ਕਰਕੇ ਮੈਨੂੰ ਟੁਰਨਾ ਪਏਗਾ। ਐਕਸੈਪਟੈਂਸ ਦੇ ਬਿਨਾ ਡਿਨਾਇਲ ਵਿੱਚ ਰਵਾਂਗਾ ਤਾਂ ਮੈਂ ਉਹਦਾ ਸੋਲੂਸ਼ਨ ਨਹੀਂ ਲੱਭ ਪਾਵਾਂਗਾ। ਨਾਨਕ ਹੁਕਮੀ ਜੇ ਬੁਝੇ ਤਾਂ ਮੈਂ ਕਹੇ ਨਾ ਕੋਏ। ਮੈਂ ਜਾਣ ਲਿਆ ਕਿ ਇਹ ਮੇਰਾ ਹੁਕਮ ਹੈ, ਹੁਣ ਮੈਂ ਇਸ ਨੂੰ ਕਿਹੜੇ ਬੀਜ ਬੋਣੇ ਹਨ, ਹਉਮੈ ਦੇ ਨਹੀਂ ਨਾਮ ਦੇ। ਇੱਥੇ ਗੱਲ ਬਣਨੀ ਸ਼ੁਰੂ ਹੋ ਜਾਂਦੀ ਹੈ। ਸ਼ਬਦ ਨੂੰ ਜੀਵਨ ਵਿੱਚ ਉਤਾਰਨਾ ਹੈ, ਉਹਦਾ ਬਾਹਰਲੇ ਜੀਵਨ ਨਾਲ ਜ਼ਿਆਦਾ ਇੰਟਰੈਕਸ਼ਨ ਨਹੀਂ ਹੈ, ਸੰਗਤ ਲੱਭਣੀ ਹੈ, ਇੱਕ ਅਰਦਾਸ। ਬਹੁਤ ਸਿਆਣੇ ਪੁਰਸ਼ ਨੇ ਇੱਕ ਵਾਰ ਮੈਨੂੰ ਕਿਹਾ ਸੀ, ਅੰਤਰ ਦੀ ਅਰਦਾਸ ਨਾ ਛੱਡੀ, ਭਾਵੇਂ ਜੋ ਮਰਜ਼ੀ ਹੋਏ ਬਾਹਰ। ਬੜਾ ਸਿਆਣਾ ਪੁਰਸ਼ ਸੀ। ਇਹ ਅੰਤਰ ਦੀ ਪੁਕਾਰ ਨਹੀਂ ਛੱਡਣੀ, ਜੋ ਵੀ ਹੋਏ, ਕਿਉਂਕਿ that is more permanent, that's more real। ਜੋ ਬਾਹਰ ਵਰਤ ਰਿਹਾ ਮੇਰੇ ਕਰਮਾਂ ਕਰਕੇ ਵਰਤ ਰਿਹਾ ਹੈ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ, ਪਰ ਉਹ ਤਾਂ ਪਾਸਿੰਗ ਫੇਜ਼ ਹੈ, ਪਰਮਾਨੈਂਟ ਨਹੀਂ ਹੈ। ਔਰ ਇੱਕ ਪੱਖੋਂ ਦੇਖਿਆ ਜਾਏ ਤੇ ਉਹ ਰੀਅਲ ਵੀ ਨਹੀਂ ਹੈ। ਉਹਦੇ ਚ ਮੈਂ ਇੱਕ ਐਕਟਰ ਹਾਂ, ਮੈਂ ਉਹਦੇ ਵਿੱਚ ਵਿਟਨੈਸ ਬਣ ਸਕਦਾ ਹਾਂ, ਉਸ ਤੋਂ ਟੁੱਟ ਸਕਦਾ ਹਾਂ ਬਿਲਕੁਲ। ਅਗਰ ਮੈਂ ਮਨ ਦੀ ਸਾਈਕੋਲੋਜੀ ਨੂੰ ਜਾਣਦਾ ਹਾਂ, ਉਹ ਜਾਣਦਾ ਹਾਂ ਜੋ ਗੁਰੂ ਸਮਝਾ ਰਹੇ ਹਨ ਇੱਥੇ। ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੋਲੀ ਪਾਇਆ। ਤਾਂ ਮਨ ਨੇ ਠੱਗ ਲਿਆ, ਮਨ ਠੱਗਿਆ ਗਿਆ ਹੈ ਨਿਰੰਕਾਰ ਦੀ ਮਾਇਆ ਤੋਂ।
पर अगर मैं इसके बियॉन्ड जाना सीख लिया, इस चंचल मन नू त्यागना सीख लिया, फिर जीवन की बनता है महाराज। कह कबीर चंचल मत त्यागी, केवल राम भगत निज भागी। राम दी भगती शुरू होंदी है, फिर निरंकार दे दर्शन दिखते हैं। फिर गुर साखी अंतर जागी, ता चंचल मत त्यागी। चंचल मन दह दिस को तावत, अचल जाहे ठहरानो। ये चंचल मन 10 डायरेक्शंस विच दौड़दा है, लभ रहा है कुछ। की लभ रहा है? उस अमृत नूं लभदा है। वो अमृत कित्थे है जिहड़ा सदा लई मैनूं आनंद मिल सकदा है? वो किधर है? वो बाहर लभदा है। पर गुरु कहता है कि अचल जाए, जदों इस चलदे मन नूं असीं त्याग दिंदे हां और अचल मन विच उतरदे हां, अचल जाहे ठहरानो, तां फिर ठहर जांदा है मन। कहे नानक ए बिद को जो नर, मुक्त ताहे तुम जानो। जिसनूं ਇਹ विधि आ गई कि मन नूं किवें त्यागना है, इस मन नूं किवें त्यागना है, दिस द की। इस चंचल मन नूं मैं किदे त्याग देना है, इस नूं अनाशक्ति कहंदे, टू लीव एट विल। चंचल मन नूं मैं अगर त्यागण दी विधि जान लई तां मैं जीवन तो मुक्त हो गया, संत पुरुष हो गया। मौत फिर मेरा कुछ नहीं बिगाड़ पाएगी, क्योंकि मैं उस मन नूं जान लिया जिथे आनंद दी बरखा है, जिथे गुरु है। महाराज सानू फिर दसदे हन, माया तम होनी तिने कीती, जिन ठगोली पाया, कुर्बान कीता तिसे विटो, जिन मोह मीठा लाया। जिसने यह मोह मैनू दिता है, वो सोर्स की है इस मोह दा। कुर्बान तो उसनू जाना है, मोह ते कुर्बान नहीं होना। मोह दा सोर्स की है, यह मोह आ किथों रही है, उसनू कुर्बान होना है। उसके दर्शनां विच, उसने दर्शनां विच, सत दे दर्शन विच बैठना है। गुरु तो बिना नहीं हो सकता। गुरु ने सानू अज निरंकार दी ते दर्शन दा गिफ्ट समझाया है। उस मन दी साइकोलॉजी नू समझाया है, जिथे मूवमेंट माइंड है और अनमूविंग माइंड भी है। इस मन दे विच रहिंदे होए निरंकार दे दर्शन पॉसिबल नहीं हैं। इनू बदलना पेगा। जीवन विच जो भी बरतेगा उसनू सानू एक्सैप्ट करना है, उन्होंने हुक्म जानना है। पर उहदा अगला पहर साडा कुछ होर होएगा। फिर जदों जीवन विच एक्सैप्टेंस आ जाएगी तो कॉन्फ्लिक्ट चला जाएगा। फिर असी अपने मन नू ढाल सकांगे, शब्द दे राही जीवन नू ढाल सकांगे, जिथे जिस तरह सानू चाहिदा है। समा लगदा है, पर इहदे च तां सहज चाहिदा है, नित दा अभ्यास चाहिदा है। इस चंचल मन दे विच बैलेंस क्रिएट करना है। कई बार असी हॉबीज करते हैं जिन्हां दा कोई अंत नहीं हुंदा, कोई मटीरियल गेन नहीं है। पौधियां दे पालना करनी, खेती करनी, आर्ट बनानी, नॉट विद कमर्शियल इंटरेस्ट बट जस्ट वेंटिलेशन। अंतर दे मन नू खाली करना, तो मन हल्का हो गया, एक बैलेंस बन गया, फिर शक्ति नाल जुड़ गया। क्योंकि यह परदा जिहड़ा विचारां दा है, इसनू किसी तरह घेरना है तो सकून आंदा है इन्हां चीज़ां तो। इत्थे गुरु नहीं है, पर यह गुरु दे मन नू, गुरु नू मिलण दी मन नू तैयार करना है, मन नू शांत करना है। गुरु अगर आ भी गया जीवन विच, अगर मन बहुत ज्यादा मूवमेंट विच है, वो गुरु का ध्यान ही नहीं कर पाएगा, गुरु की गल नू सुन नहीं पाएगा। तो इहदे लई मन नू तैयार करना है, प्रेम नाल भरना है, उड़ीक रखनी है, जीवन सुलझेगा, यह भरोसा रखना है।
ਸ਼ਬਦ ਦੇ ਰਾਹੀਂ ਇਹ ਸਭ ਹੋਏਗਾ। ਮਹਾਰਾਜ ਕਹਿੰਦੇ ਹਨ ਸ਼ਬਦ ਔਰ ਸੁਰਤ ਦੀ ਇਹ ਖੇਡ ਹੈ ਨਿਰਾਲੀ। ਮਹਾਰਾਜ ਕਹਿੰਦੇ ਨੇ ਕੁਰਬਾਨ ਤਾਂ ਜਾਣਾ ਹੈ, ਜਿਸ ਨੇ ਇਹਨੂੰ ਬਣਾਇਆ ਉਹਦੇ ਕੁਰਬਾਨ ਜਾਣਾ ਹੈ। ਜਿਹਨੇ ਇਹ ਸਾਰੀ ਸ੍ਰਿਸ਼ਟੀ ਬਣਾਈ ਹੈ, ਹੁਕਮ, ਹਉਮੈ, ਮਾਇਆ, ਜੀਵਨ, ਇਹ ਸਭ ਬਣਾਇਆ ਹੈ ਜਿਸ ਨੇ, ਅਸੀਂ ਉਹਦੀ ਗੱਲ ਕਰਦੇ ਹਾਂ। ਉਹ ਹੈ ਸੱਚ, ਬਾਕੀ ਸਭ ਝੂਠ ਹੈ, ਉਹਦਾ ਪਰਦਾ ਹੈ। ਮਹਾਰਾਜ ਕਹਿੰਦੇ ਨੇ ਕਹੇ ਨਾਨਕ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਅਸੀਂ ਸਾਰੇ ਠੱਗੇ ਹਾਂ, ਰੋਗੀ ਹਾਂ, ਠੱਗੇ ਹੋਏ ਹਾਂ ਇਸ ਮਨ ਤੋਂ। ਇਸ ਨੇ ਸਾਨੂੰ ਗ੍ਰਸਤ ਕੀਤਾ ਹੋਇਆ ਹੈ। ਦੌੜਦੇ ਹਾਂ ਸਾਰਾ ਦਿਨ, ਸਵੇਰ ਤੋਂ ਸ਼ਾਮ, ਲੱਭਦੇ ਹਾਂ, ਪਰ ਇਹ ਮਿਸ ਕਰ ਜਾਂਦੇ ਹਾਂ ਕਿ ਜੀਵਨ ਦਰਅਸਲ ਕੀ ਹੈ। ਉਹਦੇ ਲਈ ਇਹ ਬਾਣੀ ਦੀ ਵਿਚਾਰ, ਗੁਰੂ ਦੀ ਸੰਗਤ, ਗੁਰੂ ਦੀ ਅਤਾਹ ਡੂੰਗੀ ਬਾਣੀ ਹੈ, ਜੀਵਨ ਬਾਰੇ ਦੱਸ ਰਹੀ ਹੈ। ਮੈਂ ਜੁੜ ਜਾਂਦਾ ਹਾਂ ਜਦੋਂ, ਤਾਂ ਜੀਵਨ ਤੋਂ ਟੁੱਟ ਜਾਂਦਾ ਹਾਂ ਮਹਾਰਾਜ। ਜਦੋਂ ਮੈਂ ਨਿਰੰਕਾਰ ਦੇ ਸ਼ਬਦ ਨਾਲ ਅਭਿਆਸ ਵਿੱਚ ਉਤਰਦਾ ਹਾਂ ਤਾਂ ਮਨ ਦੇ ਕੰਪਲੈਕਸਿਟੀਜ਼ ਦੇ ਬਿਯੋਂਡ ਚਲਾ ਜਾਂਦਾ ਹਾਂ, ਈਗੋ ਦੇ ਬਿਯੋਂਡ ਚਲਾ ਜਾਂਦਾ ਹਾਂ ਮਹਾਰਾਜ। ਮਨ ਸ਼ਾਂਤ ਹੋ ਜਾਂਦਾ ਹੈ, ਮਨ ਦੇ ਵਿੱਚ ਇੱਕ ਵਿਸਰਾਮ ਆ ਜਾਂਦਾ ਹੈ। ਮੈਂ ਵਿਸਰਾਮ ਕਿਉਂ ਨਹੀਂ ਕਰ ਪਾਉਂਦਾ? ਕਿਉਂਕਿ ਮੈਨੂੰ ਜੀਵਨ ਦਾ ਸੱਤ ਨਹੀਂ ਗਿਆਨ ਹੈ। ਮੈਂ ਸੋਚਦਾ ਹਾਂ ਕਿ ਮੈਨੂੰ ਜੀਵਨ ਪਤਾ ਹੈ। ਬਾਹਰ ਦੀ ਚਤੁਰਾਈਆਂ ਕਰਕੇ ਮੈਂ ਉਸ ਸੱਚ ਨੂੰ ਜਾਣਦਾ ਨਹੀਂ ਹਾਂ। ਗੁਰੂ ਅਮਰਦਾਸ ਸਾਹਿਬ ਸਾਨੂੰ ਉਸ ਚੰਚਲ ਮਨ ਤੋਂ ਆਪਣੀ ਜੜ ਹਟਾ ਕੇ ਉਸ ਮਨ ਵਿੱਚ ਜੜ ਲਗਾਉਣ ਦਾ ਪ੍ਰੇਰਨਾ ਕਰਦੇ ਹਨ, ਜਿਸ ਮਨ ਵਿੱਚ ਸਦਾ ਵਿਗਾਸ ਹੈ, ਜਿਹੜਾ ਸਦਾ ਦਾ ਮਨ ਹੈ। ਮਨ ਨੂੰ ਤਾਂ ਸਮਝਾਣਾ ਹੈ ਮੈਂ। ਇਹ ਮੇਰਾ ਮਨ ਹੀ ਤਾਂ ਡਰਾਈਵਿੰਗ ਫੋਰਸ ਹੈ। ਇਹੀ ਮੇਰਾ ਨਰਕ ਸਵਰਗ ਬਣਾਉਂਦਾ ਹੈ, ਕਲਯੁਗ ਸਤਯੁਗ ਬਣਾਉਂਦਾ ਹੈ। ਆਸਾ ਦੀ ਵਾਰ ਨੇ ਹੀ ਦੱਸਿਆ ਮੈਨੂੰ ਕਿ ਮੇਰੀ ਮਨ ਦੀ ਕੰਡੀਸ਼ਨ ਨਾਲ ਹੀ ਸਮਝ ਆਉਂਦਾ ਹੈ ਕੌਣ ਹੈ ਬ੍ਰਹਮ ਗਿਆਨੀ, ਕੌਣ ਇਸ ਜੀਵਨ ਵਿੱਚ ਸਤਯੁਗੀ ਜੀਵਨ ਜੀ ਰਿਹਾ ਹੈ, ਕੌਣ ਨਰਕ ਵਿੱਚ ਜੀ ਰਿਹਾ ਹੈ। ਇਹ ਸਭ ਮਨ ਦੇ ਵਿੱਚ ਡਿਫਾਈਨ ਹੁੰਦਾ ਹੈ। ਔਰ ਇਸ ਮਨ ਔਰ ਮੇਰਾ ਇੱਕ ਰਿਸ਼ਤਾ ਚੱਲ ਰਿਹਾ ਹੈ, ਕਾਂਸਟੈਂਟ ਖਿੱਚਾਤਾਨੀ ਚੱਲਦੀ ਹੈ ਅੰਦਰ। ਮੈਂ ਸਟਰਗਲ ਵਿੱਚ ਹਾਂ, ਵਾਂਟਿੰਗ ਟੂ ਅਚੀਵ, ਟਰਾਈਂਗ ਟੂ ਅਚੀਵ। ਔਰ ਜਿਤਨਾ ਮੈਂ ਕੌਨਫਲਿਕਟ ਵਿੱਚ ਹਾਂ, ਜਿਤਨਾ ਸਟਰਗਲ ਵਿੱਚ ਹਾਂ, ਹੋਰ ਉਤਨਾ ਹੀ ਗਹਿਰਾ ਫਸਦਾ ਜਾਂਦਾ ਹਾਂ। ਫਿਰ એનર્ਜੀ ਨਹੀਂ ਰਹਿੰਦੀ ਤਾਂ ਡਿਪਰੈਸ ਹੋ ਜਾਂਦਾ, ਹਤਾਸ਼ ਹੋ ਜਾਂਦਾ। ਪਰ ਜੀਵਨ ਕੁਝ ਹੋਰ ਹੈ। ਮਹਾਰਾਜ ਕਹਿੰਦੇ ਹਨ ਇਹ ਮਾਇਆ ਜਿਸ ਨੇ ਬਣਾਈ ਹੈ, ਧਿਆਨ ਉਹਦਾ ਕਰਨਾ ਹੈ। ਜੜ ਨੂੰ ਪਕੜੀਏ, ਪੱਤੇ ਨੂੰ ਹਰੇ ਨਾ ਕਰੀਏ ਉੱਪਰੋਂ। ਪੇੜ ਦੇ ਪੱਤਿਆਂ ਨੂੰ ਮੈਂ ਹਰਾ ਰੰਗ ਕਰ ਦਿਆਂ, ਉਹਨੂੰ ਕੀ ਕਵਾਂਗੇ? ਜੜ ਨੂੰ ਸੰਭਾਲ ਲਈਏ, ਨਾਮ ਰੂਪੀ ਪਾਣੀ ਉਸ ਜੜਾਂ ਵਿੱਚ ਦਈਏ, ਪੱਤੇ ਆਪ ਹਰੇ ਹੋ ਜਾਣਗੇ। ਜੀਵਨ ਹੈ ਤਾਂ ਬੜਾ ਕੰਪਲੈਕਸ, ਪਰ ਉਤਨਾ ਹੀ ਸਿੰਪਲ ਹੈ। ਗੁਰੂ ਸਮਝਾ ਰਹੇ ਹਨ ਕਿ ਨਾਮ ਵਿੱਚ ਬੀਜ ਪਾਓ, ਹਉਮੈ ਦੇ ਬੀਜ ਨਾ ਪਾਓ। ਬਸ ਆਨੰਦ ਵੱਲ ਟੁਰ ਪਏ ਹਾਂ। ਬਾਹਰ ਜੋ ਹੁੰਦਾ ਹੈ ਉਸ ਨੂੰ ਇਤਨੀ એનર્ਜੀ ਨਾ ਦਈਏ ਕਿ ਉਹ ਅੰਦਰ ਦਾ এনवायरमेंट ਵਿਸ਼ੀਏਟ ਕਰ ਦੇ, ਤੋੜ ਦੇ ਅੰਦਰੋਂ ਸਾਨੂੰ। ਇੱਥੇ ਸੰਗਤ ਦੀ, ਕਲੈਕਟਿਵ ਸਪਿਰਿਚੁਅਲਿਟੀ ਦੀ ਗੱਲ ਹੈ। ਦੋ ਹੀ ਧਰਮ ਹਨ ਦੁਨੀਆ ਵਿੱਚ ਜਿਨ੍ਹਾਂ ਕਲੈਕਟਿਵ ਸਪਿਰਿਚੁਅਲਿਟੀ ਨੂੰ ਜਾਣਿਆ ਹੈ, ਬੌਧ ਧਰਮ ਔਰ ਸਿੱਖ ਧਰਮ। ਬੁੱਧਮ ਸ਼ਰਨਮ ਗੱਛਾਮੀ, ਧਰਨਮ ਸ਼ਰਨਮ ਗੱਛਾਮੀ, ਸੰਗ ਸ਼ਰਨਮ ਗੱਛਾਮੀ। ਅਖੀਰ ਕਹਿੰਦੇ ਹਨ ਸੰਗ ਦੇ ਕੋਲ ਜਾ, ਸੰਗਤ ਕੋਲ ਜਾ, ਕਲੈਕਟਿਵ ਸਪਿਰਿਚੁਅਲਿਟੀ ਨੂੰ ਜਾਣ। ਕੀ ਮਤਲਬ ਹੈ? ਜਦੋਂ ਮੈਂ ਹਉਮੈ ਨੂੰ ਤਿਆਗਦਾ ਹਾਂ ਤਾਂ ਮਨ ਕਲੈਕਟਿਵ ਮਨ ਵਿੱਚ ਚਲਾ ਜਾਂਦਾ ਹੈ, ਜਿਹੜਾ ਇੱਕ ਮਨ ਹੈ। ਇੱਥੇ ਇੱਕ ਦੇ ਦਰਸ਼ਨ ਹਨ ਮਹਾਰਾਜ। ਸੰਗਤ ਵਿੱਚ ਬੈਠਦੇ ਹਾਂ, ਈਗੋ ਡਿਸੋਲਵ ਕਰ ਲੈਂਦੇ ਹਾਂ।
ਅਭਿਆਸ ਕਰਦੇ ਹਾਂ, ਪੁਕਾਰਦੇ ਹਾਂ, ਪ੍ਰੇਮ ਵਿੱਚ ਗਾਉਂਦੇ ਹਾਂ, ਰੋਂਦੇ ਹਾਂ, ਗੁਰੂ ਆ ਜਾਂਦਾ ਹੈ, ਸਭ ਦੇ ਮਨ ਵਿੱਚ ਅਸਰ ਕਰਦਾ ਹੈ। ਜਿੱਥੇ ਹਉਮੈ ਜ਼ਿਆਦਾ ਹੈ ਉਹ ਦਰਵਾਜ਼ੇ ਬੰਦ ਹਨ, ਉੱਥੇ ਅਸਰ ਨਹੀਂ ਹੁੰਦਾ ਹੈ। ਜਿੱਥੇ ਹਉਮੈ ਗਿਰ ਗਈ ਹੈ ਉੱਥੇ ਗੁਰੂ ਹੀ ਰਹਿੰਦਾ ਹੈ, ਫਿਰ ਉੱਥੇ ਆਨੰਦ ਹੈ ਮਹਾਰਾਜ। ਫਿਰ ਧਰਮ ਇੱਕੋ ਹੈ ਦੁਨੀਆ ਵਿੱਚ, ਇਸ ਸੱਤ ਨੂੰ ਜਾਣ ਲੈਣਾ। ਬਾਕੀ ਅਸੀਂ ਸਾਰੇ ਇੱਕ ਦੂਜੇ ਦਾ ਭੁਲੇਖਾ ਕਰੀ ਜਾਂਦੇ ਹਾਂ, ਮੇਰਾ ਧਰਮ ਚੰਗਾ ਤੇਰਾ ਮਾੜਾ, ਇਹ ਕਦੇ ਗੁਰੂ ਨੇ ਨਹੀਂ ਕਿਹਾ, ਨਾ ਹੀ ਸਾਨੂੰ ਕਿਸੇ ਨੂੰ ਹੱਕ ਹੈ ਕਹਿਣ ਦਾ। ਹਾਂ, ਆਨੰਦ ਵੱਲ ਪ੍ਰੇਰੀਏ ਲੋਕਾਂ ਨੂੰ, ਜੇ ਸਾਨੂੰ ਆਨੰਦ ਆਏ ਉਸ ਆਨੰਦ ਨੂੰ ਵੰਡਦੇ ਜਾਈਏ, ਦੁਨੀਆ ਬਦਲੇਗੀ ਮਹਾਰਾਜ। ਜਿਤਨਾ ਹਉਮੈ ਤੋਂ ਪਰੇ ਜਾਵਾਂਗੇ, ਈਗੋ ਨੂੰ ਛੱਡਦੇ ਜਾਵਾਂਗੇ, ਉਤਨਾ ਸਰਲ ਜੀਵਨ ਹੁੰਦਾ ਜਾਏਗਾ। ਜਾ ਕੇ ਦੇਖੀਏ ਆਦੀਵਾਸੀਆਂ ਨੂੰ, ਕਿਤਨੇ ਸਰਲ ਨੇ। ਅਸੀਂ ਉਹਨਾਂ ਨੂੰ ਸਿਖਾਉਣਾ ਚਾਹੁੰਦੇ ਹਾਂ, ਸਾਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ ਹੈ। They are the ones who know life. ਅਸੀਂ ਤਾਂ ਇਹ ਐਜੂਕੇਸ਼ਨ ਦੇ ਚੱਕਰ ਵਿੱਚ ਸਭ ਕੁਝ ਡਿਸਟਰੋਏ ਕਰਤਾ। 4 ਕਿਤਾਬਾਂ ਵਿੱਚ ਇਤਨੀ ਹਉਮੈ ਕਰ ਲਈ ਕਿ ਜੀਵਨ ਹੀ ਬਿਖਰ ਗਿਆ। ਜਿਹਨੇ ਜੀਵਨ ਦੀ ਕਿਤਾਬ ਪੜ੍ਹੀ, ਜਿਹਨੇ ਮਨ ਦੀ ਕਿਤਾਬ ਪੜ੍ਹੀ, ਉਹਨੇ ਜੀਵਨ ਨੂੰ ਜਾਣ ਲਿਆ। ਉਸੇ ਕੋਲ ਹੈ ਤੱਤ। ਫਿਰ ਉਹ ਚਾਹੇ ਓਮੀ ਸਾਧ ਨਾ ਮਾਰੀ, ਚਾਹੇ ਉਹ ਓਮੀ ਸਾਧ ਹੋਏ ਤਾਂ ਵੀ ਠੀਕ, ਚਾਹੇ ਉਹ ਹਜ਼ਾਰਾਂ ਕਿਤਾਬਾਂ ਪੜ੍ਹੀਆਂ ਹੋਏ ਤਾਂ ਵੀ ਠੀਕ, ਕਿਉਂਕਿ ਉਹ ਮਨ ਨਿਰਲੇਪ ਹੈ ਗਿਆਨ ਤੋਂ। ਇਹ ਈਗੋ ਮਨ ਕੋਲ ਗਿਆਨ ਹੈ ਬਸ, ਉਸ ਮਨ ਕੋਲ ਤਾਂ ਬ੍ਰਹਮ ਗਿਆਨ ਹੈ। ਉਹ ਬ੍ਰਹਮ ਨੂੰ ਜਾਣਦਾ ਹੈ, ਆਨੰਦ ਨੂੰ ਜਾਣਦਾ ਹਮਾਰਾ। ਉਹੀ ਤਾਂ ਤੱਤ ਹੈ ਜੀਵਨ ਦਾ। ਹੋਰ ਕਮਾਣਾ ਕੀ ਹੈ ਇੱਥੇ ਆ ਕੇ? ਚੰਦ ਸਿੱਕੇ ਹਨ, ਕੁਝ ਸ਼ੋਰ ਮਚਦਾ ਹੈ, ਨੌਕਰ ਚਾਕਰ ਹਨ। ਇਹਦਾ ਬੈਲੈਂਸ ਵੀ ਬਣਾਉਣਾ ਜੀਵਨ ਦਾ ਇੱਕ ਹੱਕ ਹੈ। ਬਜ਼ੁਰਗ ਕਹਿੰਦੇ ਸਨ, ਜ਼ਿਆਦਾ ਖਲੇਰਾ ਨਾ ਪਾਈ। जितना खलेरा पएगा उतना बाहर मुखी हो जाएगा। पर मैं पूरा फॉलो भी नहीं कर पाया, यह दोष मेरे च है। कुछ बंधन परिवार ते पै ही गए अखीर। पर जीवन होपलेस होंदे हुए भी पूरी होप नाल भरिया रहिंदा है। आसा माहे निराशा, निराशा विच पूरी आशा है, क्योंकि उस निरंकार दे विच जड़ा हन जदों मन दियां, तो फिर कुछ भी नहीं बिगड़िया है। जिथे बनता कुछ नहीं उत्थे की बिगड़ना है। ईगो मन डिस्ट्रॉय करेगा, नरक विच ले जाएगा। क्यों? इस मन दे विच हंकार है, हौमे है, चंचल मत है, चतुराई है, मैं है। और मैं एक परमानेंट रियलिटी नहीं है। क्यों ना फिरदौस में दोजक को मिला ले यारब, सैर करने को कुछ जगह और ही सही। गालिब, असी अपने स्वर्ग नूं नरक नाल मिला दिता हौमे दे। आओ असी नवा जीवन बनाइए, मन दे नवे पहलू वल चलीए, मन दे उस तत् ज्ञान वल चलीए, कुछ ब्रह्म ज्ञान दे सिक्के टटोलीए, कुछ उस वैल्थ दे सिक्के टटोलीए जिसनूं गुरु नानक कहंदा है, घड़िए शब्द सच्ची टकसाल। गुरु नानक दे चरण शो करने हन और मन नूं शब्द नाल नहीं करना, तो फिर काहदा गुरु नूं मिले महाराज। गुरु दी आसीस तो शब्द विच है, गुरु दा प्रेम भी है, गुरु आप है। सानू करना है मन नूं शब्द नाल। आओ मन नूं सरल करिए, चंचल मत नूं त्यागीए। चतुराई ब्रह्म ज्ञान विच कोई कम नहीं आएगी। माया दे पार जाके एक नवा जीवन जान लईए, गुरु नूं मिल के आनंद हो जाइए। मैं अनेकां ही भुल्लां कीतियां हन महाराज। बोलते हुए जो कुछ गलतियां हुई माफी दे देना, सुधार आप जरूर करना। आप दा बहुत धन्यवाद। आप दे आउण विच सच मनना गुरु जीवन विच उतर आंदा है।
ਇਹ ਨਰਕ ਰੂਪੀ ਜੀਵਨ ਵਿੱਚ ਇੱਕ ਸਵਰਗ ਦੇ ਦਰਸ਼ਨ ਹੋ ਜਾਂਦੇ ਹਨ। ਆਪ ਦਾ ਬਹੁਤ ਧੰਨਵਾਦ ਹੈ। ਆਪ ਜਰੂਰ ਬੋਲਣਾ, ਕੁਝ ਦੱਸਣਾ ਚਾਹੁੰਦੇ ਹੋ ਜਰੂਰ ਦੱਸਣਾ ਮਹਾਰਾਜ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।